ਸਿੰਘ ਬਿਸਾਲਾ। ਤਰੋਂ ਤਰਾ ਪਗ ਪੁਨ ਪੁਨ ਸੀਸਾ, ਪਗ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਧਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਨੈ ਸਨੈ ਚਲ ਕੈ ਮਰਦਾਨਾ, ਕਰਿਓ ਬਿਲੋਕਨ ਸੋ ਸ਼ੁਭ ਥਾਨਾ। ਵਲੀ ਕੰਧਾਰੀ ਬੈਠਿਓ ਜਹਾਂ, ਰਾਖਿਓ ਨੀਰ ਰੋਕ ਕੁਛ ਤਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ, ਜਿਸ ਡਿਠੈ ਸਭ ਦੁੱਖ ਜਾਏ, ਇਹਨਾਂ ਵਡਿਆਈਆਂ ਅਜ਼ਮਤਾਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ, ਛਤਰ ਚਵਰ ਤਖਤ ਦੇ ਮਾਲਕ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ, ਸਾਰਿਆਂ ਦੇ ਪਰਿਵਾਰਾਂ ਵਿੱਚ ਕਾਰੋਬਾਰਾਂ ਵਿੱਚ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਸਨੈ ਸਨੈ ਚਲ ਕੈ ਮਰਦਾਨਾ, ਕਰਿਓ ਬਿਲੋਕਨ ਸੋ ਸ਼ੁਭ ਥਾਨਾ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ
ਧਰਤ ਲੁਕਾਈ ਨੂੰ ਸੋਧਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੂਸਰੀ ਉਦਾਸੀ ਦੇ ਵਿੱਚ ਸਿੰਧ ਦਰਿਆ ਤੋਂ 25 ਕੋਸ ਦੂਰ ਜਿੱਥੇ ਅੱਜ ਗੁਰਦੁਆਰਾ ਪੰਜਾ ਸਾਹਿਬ ਹੈ ਉੱਥੇ ਪਹੁੰਚੇ ਨੇ। ਉਸ ਵੇਲੇ ਇੱਥੇ ਗੁਰਦੁਆਰਾ ਨਹੀਂ ਸੀ, ਇੱਕ ਉੱਚੀ ਪਹਾੜੀ ਸੀ ਔਰ ਪਹਾੜੀ ਦੀ ਉਚਾਈ ਕਵੀ ਜੀ ਨੇ ਲਿਖੀ 1 ਕੋਸ ਹੈ। ਕਿਲੋਮੀਟਰ ਤੋਂ ਵੱਡਾ ਮੀਲ ਹੁੰਦਾ ਹੈ, ਮੀਲ ਤੋਂ ਵੱਡਾ ਕੋਸ ਹੁੰਦਾ ਹੈ। ਸਤਿਗੁਰੂ ਜੀ ਇੱਥੇ ਆ ਕੇ ਇੱਕ ਰੁੱਖ ਦੇ ਥੱਲੇ, ਦਰਖਤ ਦੇ ਥੱਲੇ ਸਤਿਗੁਰੂ ਆ ਕੇ ਬੈਠੇ ਨੇ। ਸਮਾਂ ਬੀਤਦਾ ਗਿਆ, ਗੁਰੂ ਪਿਤਾ ਮਹਾਰਾਜ ਨੇ ਆਪਣੀ ਮਾਇਆ ਵਰਤਾਈ ਹੈ। ਉਹ ਭਾਈ ਮਰਦਾਨਾ ਜਿਹੜਾ ਕਿੰਨਾ ਸਮਾਂ ਹੀ ਕਦੇ ਖਾਣ ਪੀਣ ਵਾਸਤੇ ਕੁਝ ਨਹੀਂ ਮੰਗਦਾ ਸੀ, ਉਸਨੇ ਇੱਕਦਮ ਕਹਿਣਾ ਸ਼ੁਰੂ ਕਰ ਦਿੱਤਾ, ਬਾਬਾ ਪਿਆਸ ਲੱਗੀ ਹੈ, ਪਾਣੀ ਪੀਣਾ ਹੈ। ਪਰ ਇੱਥੇ ਨੇੜੇ ਕੋਈ ਪਾਣੀ ਨਜ਼ਰ ਨਹੀਂ ਆਉਂਦਾ। ਆਪ ਜੀ ਕਿਰਪਾ ਕਰੋ, ਮੈਨੂੰ ਦੱਸ ਦਿਓ, ਮੈਂ ਪਾਣੀ ਪੀ ਆਵਾਂ। ਸਤਿਗੁਰੂ ਜੀ ਕਹਿਣ ਲੱਗੇ, ਮਰਦਾਨਿਆਂ, ਪਾਣੀ ਤਾਂ ਵਾਕਈ ਇੱਥੇ ਨੇੜੇ ਕਿਤੇ ਨਹੀਂ ਹੈਗਾ। ਪਾਣੀ ਇਸ ਪਹਾੜੀ ਦੇ ਉੱਪਰ ਹੈ। ऊपर गिर के चढ़ो अगारी, तह फकीर एक वली कंधारी। आख्या मरदानिया, ये जिहड़ी उच्ची पहाड़ी है, इहदे उत्ते एक धार्मिक व्यक्ति रहिंदा है। ਹੁਣ ਵੇਖੋ, मैं अपने आप ਨੂੰ ਭਾਈ ਸਾਹਿਬ ਕਵਾਂ, ਸਿੰਘ ਸਾਹਿਬ ਕਵਾਂ, ਗਿਆਨੀ ਜੀ ਕਵਾਂ, ਜੋ ਮਰਜ਼ੀ ਕਵਾਂ। ਇਸੇ ਤਰ੍ਹਾਂ ਆਮ ਮਨੁੱਖਾਂ ਦੀ ਹਾਲਤ ਹੈ। ਕੋਈ ਆਪਣੇ ਆਪ ਨੂੰ ਸੰਤ ਕਹਿੰਦਾ ਹੈ, ਕੋਈ ਮਹੰਤ ਕਹਿੰਦਾ ਹੈ, ਕੋਈ ਬ੍ਰਹਮ ਗਿਆਨੀ ਕਹਿੰਦਾ ਹੈ। ਸਭ ਦੀ ਹਾਲਤ ਇਹ ਹੋਈ ਹੈ, ਕਿਉਂਕਿ ਬਹੁਤੇ ਅਸੀਂ ਸੋ ਕਾਲਡ ਹਾਂ ਆਪਣੇ ਆਪ ਤੋਂ। ਆਪਣੇ ਆਪ ਨੂੰ ਉਂਝ ਹੀ ਕਹੀ ਜਾਣਾ, ਮੈਂ ਪ੍ਰੋਫੈਸਰ ਹਾਂ ਜੀ, ਮੈਂ ਇਹ ਹਾਂ, ਮੈਂ ਉਹ ਹਾਂ। ਪਰ ਧਾਰਮਿਕ ਲੋਕਾਂ ਦੇ ਲਈ ਕੁਝ ਸ਼ਬਦ ਸਦੀਆਂ ਤੋਂ ਨਿਯਮਤ ਰਹੇ ਨੇ। ਵਲੀ ਕਹਿ ਦਿੱਤਾ, ਪੈਗੰਬਰ ਕਹਿ ਦਿੱਤਾ, ਹਜ਼ਰਤ ਕਹਿ ਦਿੱਤਾ, ਸੰਤ ਕਹਿ ਦਿੱਤਾ, ਸਾਧੂ ਕਹਿ ਦਿੱਤਾ, ਅਵਤਾਰ ਪੁਰਖ ਕਹਿ ਦਿੱਤਾ, ਗੁਰੂ ਕਹਿ ਦਿੱਤਾ, ਪੀਰ ਕਹਿ ਦਿੱਤਾ, ਫਕੀਰ ਕਹਿ ਦਿੱਤਾ, ਦਰਵੇਸ਼ ਕਹਿ ਦਿੱਤਾ। ਇਹਦੇ ਵਿੱਚ ਠੀਕ ਹੈ ਕਿ ਲੋਕਾਂ ਦੀ ਸਮਝ ਵਿੱਚ ਕਈ ਅਰਥ ਉੱਚੇ ਮੰਨੇ ਗਏ, ਕਈਆਂ ਦੇ ਸਧਾਰਨ ਮੰਨੇ ਗਏ। ਜਿਵੇਂ ਸੰਤ ਸ਼ਬਦ ਹੈ, ਸੰਤ ਕਹਿੰਦੇ ਕੋਈ ਵੀ ਹੋ ਸਕਦਾ ਹੈ। ਮਹੰਤ ਜਿਹੜਾ ਹੈ ਉਹ ਗੱਦੀ ਨਸ਼ੀਨ ਹੁੰਦਾ ਹੈ। ਜਿਹੜਾ ਇੱਕ ਡੇਰੇ ਦਾ ਮੁਖੀ ਹੋਏਗਾ ਉਹਨੂੰ ਮਹੰਤ ਕਿਹਾ ਜਾਂਦਾ ਹੈ, ਜਿਹੜਾ ਉਸ ਡੇਰੇ ਦੀ ਗੱਦੀ ਤੇ ਬੈਠਾ ਹੋਏਗਾ। ਕੰਧਾਰੀ ਇਸ ਕਰਕੇ ਕਹਿੰਦੇ ਸੀ ਵੀ ਉਹ ਕੰਧਾਰ ਤੋਂ ਆਇਆ ਸੀ। ਜਿਵੇਂ ਕੋਈ ਬਿਹਾਰ ਤੋਂ ਆਏ ਨੂੰ ਬਿਹਾਰੀ ਕਹਿ ਦਿੱਤਾ, ਕਿਸੇ ਪੰਜਾਬ ਤੋਂ ਆਏ ਨੂੰ ਪੰਜਾਬੀ ਕਹਿ ਦਿੱਤਾ, ਕਿਸੇ ਗੁਜਰਾਤ ਤੋਂ ਆਏ ਨੂੰ ਗੁਜਰਾਤੀ ਕਹਿ ਦਿੱਤਾ। ਇਸੇ ਤਰ੍ਹਾਂ ਅਰਬੀਅਨ, ਜਿਹੜੇ ਅਰਬ ਕੰਟਰੀਆਂ ਤੋਂ ਆਉਂਦੇ ਨੇ, ਰਸ਼ੀਅਨ,
ਇਹ ਕੌਣ ਹੈ? ਕਹਿੰਦੇ ਚੀਨਾ ਹੈ। ਹੁਣ ਚੀਨਾ ਨਾਂ ਤਾਂ ਨਹੀਂ ਹੁੰਦਾ। ਜਿਹਨੇ ਸ਼ੁੱਧ ਅੰਗਰੇਜ਼ੀ ਬੋਲੀ ਉਹਨੇ ਕਿਹਾ ਵੀ ਚਾਈਨੀਜ਼ ਹੈ। ਇਹ ਉੱਥੋਂ ਦਾ ਰਹਿਣ ਵਾਲਾ ਹੈ। ਇਹ ਕੈਨੇਡੀਅਨ ਹੈ, ਇਹ ਅਮਰੀਕਨ ਹੈ, ਇਹ ਬ੍ਰਿਟਿਸ਼ ਹੈ। ਹੁਣ ਬ੍ਰਿਟਿਸ਼ ਦਾ ਅਰਥ ਮਤਲਬ ਕੰਟਰੀ ਥੋੜ੍ਹਾ ਤੁਰਿਆ ਫਿਰਦਾ, ਇਕੱਲਾ ਬੰਦਾ ਹੈ, ਭਾਵ ਆਇਆ ਉੱਥੋਂ ਹੈ। ਉਹ ਆਇਆ ਸੀ ਕੰਧਾਰ ਤੋਂ ਤੇ ਕਹਿੰਦਾ ਸੀ ਆਪਣੇ ਆਪ ਨੂੰ ਵਲੀ ਪੈਗੰਬਰ। ਸਤਿਗੁਰੂ ਕਹਿੰਦੇ ਮਰਦਾਨਿਆ ਉਹਦੇ ਕੋਲ ਜਾ, ਉਹਦੇ ਕੋਲੋਂ ਜਾ ਕੇ ਤੂੰ ਪਾਣੀ ਪੀ। ਇੱਥੋਂ ਹੀ ਅੱਜ ਦੀ ਕਥਾ ਆਰੰਭ ਹੈ। ਹਾਂਜੀ। ਵਲੀ ਕੰਧਾਰੀ ਬੈਠਿਓ ਜਹਾਂ, ਰਾਖਿਓ ਨੀਰ ਰੋਕ ਕੁਛ ਤਹਾਂ। ਸਣੇ ਸਣੇ ਚੱਲ ਕੇ ਮਰਦਾਨਾ, ਕਰਿਓ ਬਲੋਕਣ ਸੋ ਸ਼ੁਭ ਥਾਨਾ। ਇੱਕ ਲੱਗੀ ਹੋਵੇ ਤਰੇ ਪਿਆਸ, ਇੱਕ ਚੜ੍ਹਨੀ ਪੈ ਜਾਏ ਚੜ੍ਹਾਈ, ਤਾਂ ਤੁਸੀਂ ਸੋਚ ਸਕਦੇ ਹੋ ਕਿ ਬੰਦੇ ਦੀ ਮਨੋਦਸ਼ਾ, ਸਰੀਰਕ ਹਾਲਤ ਕੀ ਹੋਏਗੀ। ਪਰ ਚਲੋ, ਭਾਈ ਮਰਦਾਨਾ ਜੀ ਤੁਰਦੇ ਸੀ ਗੁਰੂ ਨਾਨਕ ਸਾਹਿਬ ਨਾਲ। ਤੁਰਨ ਵਾਲੇ ਬੰਦੇ ਨੂੰ ਚੜ੍ਹਾਈ ਤੇ ਵੀ ਬਹੁਤਾ ਫਰਕ ਨਹੀਂ ਪੈਂਦਾ। ਤੁਸੀਂ ਜੰਮੂ ਕਸ਼ਮੀਰ ਜਾਇਓ, ਹਿਮਾਚਲ ਵਿੱਚ ਜਾਇਓ, ਜਦੋਂ ਤੁਸੀਂ ਕਾਰ ਦੇ ਵਿੱਚ ਬੈਠੇ ਹੀ ਉੱਥੇ ਸਫ਼ਰ ਕਰੋਗੇ ਤੇ ਤੁਸੀਂ ਪਹਾੜੀ 'ਚ ਕਿਤੇ ਉੱਚੇ ਘਰ ਵੇਖੋਗੇ, ਕਿਤੇ ਬਹੁਤ ਨੀਵੇਂ ਘਰ ਵੀ ਵੇਖੋਗੇ। ਇੱਕ ਗੱਲ ਤੁਹਾਡੇ ਮਨ 'ਚ ਜ਼ਰੂਰ ਆਏਗੀ ਵੀ ਇੱਥੇ ਲੋਕ ਰਹਿੰਦੇ ਨੇ। ਹਾਂ, ਰਹਿੰਦੇ ਨੇ ਭਾਈ। ਹੁਣ ਉੱਥੇ ਨਾ ਕੋਈ ਸਾਈਕਲ ਜਾ ਸਕਦਾ ਕਿਉਂਕਿ ਚੜ੍ਹਾਈ ਇੰਨੀ ਉੱਚੀ ਨੀਵੀਂ ਹੈ। ਫਿਰ ਉਹ ਲੋਕ ਕੀ ਕਰਦੇ ਨੇ? ਨਹੀਂ, ਲੋਕ ਯੂਜ਼ ਟੂ ਨੇ, ਕੁਛ ਵੀ ਨਹੀਂ ਫਰਕ ਪੈਂਦਾ ਉਹਨਾਂ ਨੂੰ। 2-4 ਕਿਲੋਮੀਟਰ ਪਹਾੜ ਤੋਂ ਥੱਲੇ ਉਤਰਨਾ, 2-4 ਕਿਲੋਮੀਟਰ ਚੜ੍ਹਨਾ, ਇਹ ਉਹਨਾਂ ਦੇ ਰੋਜ਼ ਦਾ ਕੰਮ ਹੈ। ਇਹ ਉਹਨਾਂ ਦੀ ਨਿਤ ਚਿਰਿਆ ਹੈ। ਜਿਹੜੇ ਹੇਮਕੁੰਟ ਸਾਹਿਬ ਜਾਂਦੇ ਨੇ, ਜਿਹੜੇ ਪਿੰਡਾਂ ਥਾਵਾਂ ਦੇ ਸਾਰਾ ਦਿਨ ਤੁਰਨ ਫਿਰਨ ਵਾਲੇ ਲੋਕ ਹੁੰਦੇ ਨੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਮੇਰੇ ਵਰਗੇ ਨੂੰ ਗੋਬਿੰਦ ਘਾਟ ਤੋਂ ਅੱਗੇ ਗੋਬਿੰਦ ਧਾਮ ਤੋਂ ਅੱਗੇ ਫਿਰ ਉੱਪਰ, ਹੁਣ ਮੇਰੇ ਵਰਗੇ ਨੂੰ ਜਾਂ ਕਾਂਡੀ ਚਾਹੀਦਾ ਜਾਂ ਖੱਚਰ ਚਾਹੀਦੀ ਹੈ, ਕਿਉਂਕਿ ਅਭਿਆਸ ਨਹੀਂ ਨਾ ਹੈਗਾ। ਹੁਣ ਮੇਰਾ ਕੀ, ਉੱਥੇ ਮਹਾਰਾਜ ਦੀ ਤਾਬਿਆ ਬਹਿ ਗਿਆ, ਇੱਥੇ ਸਟੇਜ 'ਤੇ ਬਹਿ ਗਿਆ, ਕਮਰੇ 'ਚ ਬਹਿ ਗਿਆ। ਮੇਰਾ ਖਿਆਲ ਨਹੀਂ ਮੈਂ ਸਾਰੇ ਦਿਨ 'ਚ 5-7 ਕਿਲੋਮੀਟਰ ਵੀ ਤੁਰਦਾ ਵਾਂ। ਪਰ ਜਿਹੜਾ 10-15-20 ਕਿਲੋਮੀਟਰ ਰੋਜ਼ ਤੁਰਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ। ਨਹੀਂ ਤਾਂ ਕਈ ਵਾਰੀ ਆਪਾਂ ਸੋਚਾਂਗੇ ਵੀ ਐਡੀ ਛੇਤੀ ਮਰਦਾਨਾ ਇੱਦਾਂ ਕਿਵੇਂ ਚੜ੍ਹ ਗਿਆ ਜੀ। ਪਰ ਜਿਹੜਾ ਸਾਰਾ ਦਿਨ ਹੀ ਤੁਰਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ। ਭਾਈ ਮਰਦਾਨਾ ਜੀ ਉੱਥੇ ਪਹੁੰਚ ਗਏ ਜਿੱਥੇ ਵਲੀ ਕੰਧਾਰੀ ਦੀ ਜਗ੍ਹਾ ਹੈ। ਹਾਂਜੀ। ਕਰੀ ਬੰਦਗੀ ਹੈ ਕਰ ਤੀਰਾ, ਮੁਝ ਕੋ ਤ੍ਰਿਖਾ ਦੇਹੋ ਜਲ ਪੀਰਾ। ਵਲੀ ਕੰਧਾਰੀ ਬੈਠਿਓ ਜਹਾਂ, ਉੱਥੇ ਵੇਖਿਆ ਤੇ ਉਹ ਫਕੀਰ ਬੈਠਾ ਸੀ। ਰਾਖਿਓ ਨੀਰ ਰੋਕ ਕੁਛ ਤਹਾਂ, ਉਹਨੇ ਆਪਣੇ ਕੋਲ ਪਾਣੀ ਰੋਕਿਆ ਹੋਇਆ। ਹੁਣ ਪਹਾੜ ਦੇ ਉੱਤੇ ਪਾਣੀ ਕਿਵੇਂ ਰੁਕ ਗਿਆ? ਉਹਨੇ ਵੀ ਇੱਕ ਟ੍ਰੀਟਮੈਂਟ ਕੀਤਾ ਸੀ। ਅੱਜ ਤੁਸੀਂ ਦਿੱਲੀ 'ਚ ਕਈ ਘਰਾਂ 'ਚ ਜਾਓਗੇ, ਤੁਹਾਨੂੰ ਛੱਤ 'ਤੇ ਗਾਰਡਨ ਮਿਲੇਗਾ, ਛੱਤ ਦੇ ਉੱਤੇ ਪੂਲ ਮਿਲੇਗਾ। ਤੇ ਮੈਨੂੰ ਇਹ ਵੀ ਪਤਾ ਵੀ ਗਰੀਬ ਆਦਮੀ ਦੀ ਤੇ ਛੱਤ ਮੀਂਹ 'ਚ ਵੈਸੇ ਹੀ ਚੋ ਜਾਂਦੀ ਹੈ। ਆ ਬੰਗਲਾ ਸਾਹਿਬ ਕਿੰਨੀ ਸੋਹਣੀ ਫਾਲ ਸੀਲਿੰਗ ਹੋਈ ਹੈ। ਇਹ 4-5 ਵਾਰੀ POP ਡਿੱਗ ਚੁੱਕੀ ਹੈ, ਕਿਤੇ ਨਾ ਕਿਤੇ ਛੱਤ ਚੋ ਜਾਂਦੀ ਹੈ। ਹੁਣ ਉਹਦੇ 'ਚ ਗਲਤੀ ਕੀ? ਉਹਦੀ ਗਲਤੀ ਸਿਰਫ ਇਹ ਹੈ ਕਿ ਛੱਤ ਦਾ ਇੱਕ ਟ੍ਰੀਟਮੈਂਟ ਹੁੰਦਾ ਹੈ। ਅੱਜ ਕੱਲ੍ਹ ਤਾਂ ਬੜੇ ਪਾਵਰਫੁਲ ਕੈਮੀਕਲ ਆਉਂਦੇ ਨੇ, ਪੈਂਦੇ ਮੀਂਹ 'ਚ ਪਾ ਦਿਓ, ਮੁੜ ਕੇ ਪਾਣੀ ਨਹੀਂ ਲੀਕ ਹੁੰਦਾ। ਇਸ ਫਕੀਰ ਨੇ ਵੀ ਇੱਕ ਟ੍ਰੀਟਮੈਂਟ ਕੀਤਾ ਸੀ। ਕੀ?
ਉਹਨੇ ਆਪਣੀ ਭਗਤੀ ਦੀ ਸ਼ਕਤੀ ਨਾਲ ਪਹਾੜ ਦੇ ਉੱਤੇ ਪਾਣੀ ਰੋਕ ਲਿਆ। ਨਹੀਂ ਤੇ ਪਹਾੜਾਂ ਦੇ ਵਿੱਚੋਂ ਜਿਹੜੇ ਚਸ਼ਮੇ ਫੁੱਟਦੇ ਨੇ, ਸੋਮੇ ਫੁੱਟਦੇ ਨੇ, ਉਹ ਕੀ ਹੈ? ਕਿਉਂ ਕਿਤੇ ਨਾ ਕਿਤੇ ਕੋਈ ਨਾ ਕੋਈ ਦਰਾਜ, ਕੋਈ ਨਾ ਕੋਈ ਰੱਬ ਨੇ ਰਾਹ ਕੱਢਿਆ ਹੁੰਦਾ। ਜਿਹੜਾ ਉੱਤੇ ਬਰਫਾਂ ਪਈਆਂ ਹੁੰਦੀਆਂ ਨੇ ਉਹ ਪਿਘਲਦੀਆਂ ਰਹਿੰਦੀਆਂ ਨੇ, ਪਾਣੀ ਹੌਲੀ ਹੌਲੀ ਥੱਲੇ ਤੁਰਿਆ ਰਹਿੰਦਾ। ਇਸੇ ਕਰਕੇ ਉਹਨੂੰ ਅਸੀਂ ਮਿਨਰਲ ਵਾਟਰ ਕਹਿੰਦੇ ਹਾਂ ਨਾ, ਕਿਉਂਕਿ ਉਹ ਇਸ ਤਰੀਕੇ ਨਾਲ ਪਹਾੜਾਂ ਚੋਂ ਨਿਕਲ ਕੇ ਆਉਂਦਾ ਹੈ ਕਿ ਉਹ ਬਿਲਕੁਲ ਸ਼ੁੱਧ ਹੁੰਦਾ ਹੈ। ਔਰ ਵੇਖਣ ਨੂੰ ਵੀ ਤੁਸੀਂ ਵੇਖੋਗੇ ਇੰਨਾ ਸਾਫ਼ ਪਾਣੀ ਤੁਹਾਨੂੰ ਆਮ ਸ਼ਾਇਦ ਕਿਸੇ ਫੈਕਟਰੀ ਤੋਂ ਵੀ ਨਾ ਮਿਲੇ, ਜਿਹੜੇ ਦਾਅਵਾ ਕਰਦੇ ਹੋਣ ਵੀ ਸਾਡਾ ਪਾਣੀ ਤੇ ਬਹੁਤ ਵਧੀਆ ਜੀ। ਇਸ ਫਕੀਰ ਨੇ ਪਾਣੀ ਉੱਤੇ ਰੋਕਿਆ ਸੀ। ਰੋਕਿਆ ਕਿਵੇਂ ਸੀ? ਕੋਈ ਉਹਨੇ ਉੱਥੇ ਮਟੀਰੀਅਲ ਯੂਜ਼ ਨਹੀਂ ਕੀਤਾ ਕਿ ਉਸ ਵਕਤ ਦੇ ਮੁਤਾਬਕ ਉਹਨੇ ਕੋਈ ਚੂਨਾ ਲਾਇਆ ਹੋਏਗਾ, ਕੋਈ ਉੱਥੇ ਪਾਣੀ ਦੀ ਲੀਕੇਜ ਕੋਈ ਰੋਕੀ ਹੋਏਗੀ, ਐਸਾ ਕੁਝ ਨਹੀਂ ਸੀ। ਇਹਨੇ ਆਪਣੀ ਸ਼ਕਤੀ ਨਾਲ ਪਾਣੀ ਨੂੰ ਰੋਕਿਆ ਸੀ। ਅੱਜ ਵੀ ਤੁਸੀਂ ਵੇਖੋਗੇ ਕਿ ਠੀਕ ਅਸੀਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਾਂ। ਕਿਸੇ ਨੇ ਦੋ ਚਾਰ ਗੱਲਾਂ ਤੁਹਾਨੂੰ ਦੱਸਤੀਆਂ, ਤੁਸੀਂ ਸਾਰੀ ਉਮਰ ਹੀ ਉਹਦੇ ਮਗਰ ਭੱਜੇ ਰਹਿਣਾ ਮੁੜ ਕੇ। ਪਰ ਇਹ ਨਾਟਕ ਚੇਟਕ ਨੇ। ਇਹ ਗੱਲਾਂ ਜਿਹੜੀਆਂ ਨੇ ਕੋਈ ਬਹੁਤੀਆਂ ਵੱਡੀਆਂ ਨਹੀਂ ਹੁੰਦੀਆਂ, ਜਿਨ੍ਹਾਂ ਨੂੰ ਤੁਸੀਂ ਕਰਾਮਾਤਾਂ ਕਹਿੰਦੇ ਹੋ। ਕਰਾਮਾਤ ਸਿੱਖ ਧਰਮ ਦੇ ਵਿੱਚ ਕਹਿਰ ਨੂੰ ਕਹਿੰਦੇ ਨੇ। ਰਿੱਧ ਸਿੱਧ ਅਵਰਾ ਸਾਧ, ਇਹ ਰੱਬ ਦੀ ਭਗਤੀ ਦਾ ਆਨੰਦ ਨਹੀਂ ਹੈ। ਇਹ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਣ ਕਹਿ ਆਵਤ ਲਾਜਾ। ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਇਦਾਂ ਦੇ ਨਾਟਕ ਚੇਟਕ ਕਰਨ ਵਾਲਿਆਂ ਨੂੰ ਮਦਾਰੀ ਕਹਿੰਦੇ ਨੇ ਵੀ ਇਹ ਤੇ ਮਦਾਰੀ ਨੇ। ਉਹ ਮਦਾਰੀ ਦਾ ਕੰਮ ਹੁੰਦਾ ਹੈ ਵੀ ਉਹ ਕਦੇ ਇਹ ਬਣਾਤਾ, ਕਦੇ ਉਹ ਬਣਾਤਾ, ਕਦੇ ਇਹ ਬਣਾਤਾ, ਕਦੇ ਉਹ ਬਣਾਤਾ। ਹੁੰਦਾ ਉਹਦੇ ਪੱਲੇ ਕੁਝ ਵੀ ਨਹੀਂ ਹੈ। ਜਦੋਂ ਖੇਡ ਖਤਮ ਹੁੰਦੀ ਉਦੋਂ ਹੀ ਕਹਿੰਦਾ ਹੈ ਕਿ ਪਾਪੀ ਪੇਟ ਦਾ ਸਵਾਲ ਹੈ ਜੀ, ਰੁਪਈਆ ਦੇ ਦਿਓ। ਜੇ ਉਹ ਇੰਨੇ ਜੋਗਾ ਹੋਵੇ ਤਾਂ ਸਾਰਾ ਕੁਝ ਆਪਣਾ ਕਿਉਂ ਨਾ ਬਣਾ ਲਵੇ। ਵਲੀ ਕੰਧਾਰੀ ਪਹਾੜ ਤੇ ਕਾਹਦੇ ਲਈ ਬੈਠਾ ਹੈ? ਵੇਖੋ, ਤਪ ਕੋ ਕਰਤ ਪ੍ਰੀਤ ਕੋ ਲਾਏ, ਚਾਹੇ ਪਰਲੋਕ ਵਿਖੇ ਸੁਖ ਪਾਏ। ਉਹਦੀ ਇੱਛਾ ਪਰਲੋਕ ਦੇ ਸੁਖ ਵਾਸਤੇ ਹੈ। ਇਸੇ ਕਰਕੇ ਉਹਨੇ ਦੁਨੀਆ ਦੇ ਸੁੱਖ ਛੱਡ ਦਿੱਤੇ ਨੇ, ਕਿਉਂਕਿ ਜਦੋਂ ਉਹ ਦੁਨੀਆ 'ਚ ਰਹਿੰਦਾ ਹੀ ਨਹੀਂ ਤੇ ਦੁਨੀਆ ਦੇ ਸੁੱਖ ਦਾ ਮਤਲਬ ਕੋਈ ਨਹੀਂ। ਉਹ ਤੇ 1 ਮੀਲ ਉੱਚਾ ਰਹਿੰਦਾ ਹੈ। ਹੁਣ ਜੇ ਆਪਾਂ ਦੁਨੀਆ ਦੇ ਸੁੱਖ ਲੈਣੇ ਹੋਣ ਤਾਂ ਆਪਾਂ ਨੂੰ ਕਿਸੇ ਮੈਟਰੋ ਸਿਟੀ 'ਚ ਰਹਿਣਾ ਚਾਹੀਦਾ, ਕਿਸੇ ਚੰਗੇ ਐਡਵਾਂਸ ਕਿਸੇ ਕੰਟਰੀ 'ਚ ਰਹਿਣਾ ਚਾਹੀਦਾ। ਤੇ ਜੇ ਹੁਣ ਜਾ ਕੇ ਆਪਾਂ ਪਹਾੜਾਂ 'ਚ ਬਹਿ ਜਾਈਏ ਤੇ ਕਹੀਏ ਜੀ ਮੈਂ ਇਸ ਧਰਤੀ ਦਾ ਸੁੱਖ ਲੈ ਰਿਹਾ, ਤੇ ਆਪਾਂ ਕਹਾਂਗੇ ਨਹੀਂ, ਤੂੰ ਇਸ ਧਰਤੀ ਦਾ ਸੁੱਖ ਤੇ ਨਹੀਂ ਲੈ ਰਿਹਾ। ਇਹ ਹੋ ਸਕਦਾ ਹੈ ਕਿ ਤੂੰ ਅੱਗੇ ਪਰਲੋਕ ਦੇ ਸੁੱਖ ਦੀ ਇੱਛਾ ਕਰਦਾ ਹੋਵੇ। ਵਲੀ ਕੰਧਾਰੀ ਵੀ ਜੇ ਉਹ ਪਾਣੀ ਪਹਾੜ ਦੇ ਉੱਤੇ ਰੋਕ ਸਕਦਾ ਹੈ ਤੇ ਧਰਤੀ ਤੇ ਵੀ ਤਾਂ ਕੁਛ ਨਾ ਕੁਝ ਕਰ ਸਕਦਾ ਹੀ ਹੋਏਗਾ ਨਾ। ਇੰਨੀ ਕੁ ਸ਼ਕਤੀ ਤਾਂ ਉਹਦੇ ਕੋਲ ਹੋਏਗੀ। ਤੋ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਤਪ ਕੋ ਕਰਤ ਪ੍ਰੀਤ ਕੋ ਲਾਏ, ਚਾਹੇ ਪਰਲੋਕ ਵਿਖੇ ਸੁਖ ਪਾਏ। ਤੁਰਕ ਦੇਹ ਸਮ ਸੋ ਹੈ ਤੇਰੀ, ਕਰੋ ਜਾਚਨਾ ਤੈਂ ਜਲ ਕੇਰੀ। ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਤੂੰ ਵੀ ਮੁਸਲਮਾਨ ਤੇ ਉਹ ਵੀ ਮੁਸਲਮਾਨ, ਜਾ ਕੇ ਮੁਸਲਮਾਨ ਭਰਾ ਕੋਲੋਂ ਪਾਣੀ ਮੰਗ ਲੈ। ਭਾਈ ਮਰਦਾਨਾ ਜੀ ਗਏ ਤੇ ਕੀ ਵੇਖਿਆ? ਫਕੀਰ ਬੈਠਾ ਹੈ, ਉਹਨੇ ਆਪਣੀ ਸ਼ਕਤੀ ਨਾਲ ਪਾਣੀ ਰੋਕਿਆ ਹੋਇਆ ਹੈ। ਉਹਦੇ ਉੱਤੇ ਪਹਾੜ ਦੇ ਉੱਤੇ ਉਹਦੇ ਕੋਲੇ ਪਾਣੀ ਖਲੋਤਾ ਹੈ। ਹਾਂਜੀ। ਕਰੀ ਬੰਦਗੀ ਹੈ ਕਰ ਤੀਰਾ, ਮੁਝ ਕੋ ਤ੍ਰਿਖਾ ਦੇਹੋ ਜਲ ਪੀਰਾ। ਭਾਈ ਮਰਦਾਨੇ ਨੇ ਉਹਦੀ ਬੰਦਗੀ ਕੀਤੀ। ਕਿਸੇ ਤੋਂ ਵੀ ਕੁਛ ਚੀਜ਼ ਲੈਣੀ ਹੋਵੇ ਤੇ 2-4 ਸ਼ਬਦ ਤਾਂ ਉਹਦੇ ਲਈ ਕਹਿਣੇ ਹੀ ਪੈਣਗੇ। ਕੋਈ ਬਹੁਤ ਬੇਪਰਵਾਹ ਆਦਮੀ ਹੋਵੇ ਤੇ ਮੈਨੂੰ ਪਤਾ ਨਹੀਂ,
ਤੁਹਾਡੇ ਨਾਲ ਵੀ ਘਟਨਾਵਾਂ ਘਟਦੀਆਂ ਹੋਣਗੀਆਂ, ਤੁਹਾਡੇ ਆਲੇ ਦੁਆਲੇ ਘਟਦੀਆਂ ਹੋਣਗੀਆਂ। ਮੈਨੂੰ ਵੀ ਦੋ ਸੱਜਣਾਂ ਨੇ ਗੱਲ ਸੁਣਾਈ ਸੀ, ਮੈਂ ਦੋਵੇਂ ਗੱਲਾਂ ਬੜੀ ਵਾਰੀ ਸਾਂਝੀਆਂ ਕੀਤੀਆਂ ਨੇ ਆਪ ਜੀ ਨਾਲ। ਕਿ ਢਾਬੇ ਤੇ ਬੈਠੇ ਲੋਕ, ਇੱਕ ਗਾਉਣ ਵਾਲੀ ਪਾਰਟੀ ਹੈ, ਤੇ ਢਾਬੇ ਤੇ ਬੈਠੇ ਮੇਰਠ ਦੇ ਤੋਂ ਅੱਗੇ ਥੋੜਾ ਜਿਹਾ, ਉਹ ਕਹਿੰਦੇ ਅਸੀਂ ਰੋਟੀ ਖਾਣ ਲੱਗੇ ਆ। ਤਾਂ ਉੱਥੇ ਇੱਕ ਐਵੇਂ ਰਮਤਾ ਜਿਹਾ ਫਕੀਰ ਜਿਹਾ ਆ ਗਿਆ, ਭਿਖਾਰੀ ਜਿਹਾ, ਤੇ ਜਿਸ ਭੈਣ ਨੇ ਮੈਨੂੰ ਗੱਲ ਸੁਣਾਈ, ਕਹਿੰਦੀ ਉਹ ਮੈਨੂੰ ਆ ਕੇ ਕਹਿੰਦਾ, ਰੇ ਖਾਣਾ ਖਾਊਂਗਾ। नहीं तो शुरू कित्थों होता है? अल्लाह के नाम से दे दो, भगवान के नाम से दे दो, परमात्मा आपको बेटा देगा। वह भावें शादी भी ना हुई हो, मुंडे वंडन लग जाते हैं। आपके बेटे की बहू बड़ी सुंदर आ जाएगी, रोटी भावें मुड़ के पकावे ना। उन्हें कुछ नहीं किया, उन्हें कहा रे खाना खाऊंगा। तो भैन सुनीता, पंजाबी वह नाम, सिंगर सी, पंजाबी सिंगर, वो कहती मैनू क्या बाबा बह जा खा ला। कहती उन्हें बह के खा ली रोटी, उठ के तुर पिया खा के। उन्हें कोई थैंक यू नहीं किया, ये नहीं कहा भी तेरे बच्चे जीवन या तेनू रब बहुता दवे ना, कुछ नहीं बोलिया, तुर पिया। कहती तुरे जाते मैं 10 रुपये फड़ाए। मैं कहा बाबा 10 रुपये रख ला, फिर भुख लगी फिर खा ली। तो कहता भी, वो कहती कि 10 रुपये मेरे मूँह ते मारे उन्हें। बड़ी दानी है, चला गया। इहो ਜਿਹੇ फकीर होंगे ने, भुख लगी तो खा लिया, पर उन्हें पैसे कैरी नहीं किए। लालची होंदा तो जेब च पा लेंदा, नहीं पाए उन्हें। इदां दे भी लोग होंदे ने। पर अमूमन ये होंदा है कि तुसी किसी तो कुछ लेना होवे ते ओदी थोड़ी बहुती खुशामद तां करनी पैंदी है। 2-4 शब्द बटरिंग थोड़ी जी करो, ओदी थोड़ी जी वडियाई करो। तो कवि जी कहते भाई मरदाने ने करी बंदगी हवै कर तीरा, मुझको त्रिखा देहो जल पीरा। ओदी वडियाई की ते फिर आख्या पीर जी मैनू पानी दे दिओ थोड़ा जिहा पीण वास्ते। हाँ जी। निकट नमो को केह ठां पायो, या ते चल सुन सुध मैं आयो। कहन लगा जी पानी किते है नहीं सीगा, तुहाडे तो पता लग गया ते मैं पहाड़ी ते उत्ते चढ़ के आया, ते आप जी कृपा करो पीण लई पानी दिओ। हाँ जी। सुन तब बोलियो वली कंधारी, कौन देश ते तू त्रिख भारी। अगों वली कंधारी कहंदा भी किहड़े देश तो आए हैं, इन्नी प्यास लैके। बस इत्थे मैं रोकनी चाहुंदा कथा। तुसी पानी पियाओ, छबील ला लो, पियाओ बना लो। तुसी कोई रेहड़ी लैके तुर पो पानी पियाउण दी। पानी का संबंध प्यासे नाल है, ਉਹਦੀ जात नाल नहीं है। लंगर का संबंध भुखे नाल है, जिन्होंने भुख लगी उन्होंने खवा दिओ। हुण जिन्होंने भुख नहीं लगी, सरदार जी लंगर छकोगे? वो कहता नहीं। अच्छा मैं थैली च ला देना, तुसीं घर लै जाओ। लै दसो हुण राज की करेगा? वो राज जा तो सुट देगा, तो जां किसी भिखारी नूं फड़ा देगा। लंगर का संबंध भुखे नाल है, पानी का संबंध प्यासे नाल है। जदों तुसी एक कोरम पूरा कर दोगे तुहाडी सेवा प्रवान हो जाएगी। अगे तो ये गल चेते च रखना। सवाल ही नहीं कि कोई बंदा पानी पिया रहा है, तुहानूं पानी पियाउंदा उत्थे ही बैठा मिलेगा सारी उम्र। 4 कदम अगे नहीं तुरिया, वो तुर ही नहीं सकता, क्योंकि उन्हें पानी मूँह वेख के पिया है। वेखो तुसी, ये वली है, वली का अर्थ होंदा है पैगंबर। आया कित्थों है? कंधार तो। भगती कित्थे कर रहा है? हसन अब्दाल। ते गलती की है?
ਵੀ ਭਾਈ ਮਰਦਾਨਾ ਆਇਆ, ਉਹਨੇ ਪਾਣੀ ਮੰਗਿਆ, ਤੂੰ ਸਗੋਂ ਕਹਿ ਵੀ ਧੰਨ ਭਾਗ ਬਈ ਕੋਈ ਪਾਣੀ ਪੀਣ ਲਈ ਕੋਈ ਆਇਆ ਤੇ ਮੈਂ ਤੇ ਪਾਣੀ ਰੋਕ ਕੇ ਬੈਠਾ। ਉਹਨੇ ਪਾਣੀ ਪਿਆਇਆ ਨਹੀਂ ਹੈ। ਉਹਨੇ ਪੁੱਛਿਆ ਤੇਰਾ ਦੇਸ਼ ਕਿਹੜਾ ਹੈ? ਹਾਂਜੀ। ਅਹੈ ਏਕ ਲੋ ਕਹਿ ਕੇ ਸੰਗਾ, ਇਤ ਦਿਸ਼ ਆਇਓ ਕਿਉਂ ਇਸ ਢੰਗਾ। ਹੁਣ ਇਸ ਤੋਂ ਅੱਗੇ ਤੁਰ ਪਿਆ, ਉਹਦੇ ਫਾਰਮ ਭਰਨ ਲੱਗ ਗਿਆ। ਕਹਿੰਦਾ ਕੱਲਾ ਆਇਆ ਕਿ ਤੇਰੇ ਨਾਲ ਵੀ ਹੈ ਕੋਈ? ਮਤਲਬ ਹੱਦ ਨਹੀਂ। ਅੱਜ ਵੀ ਤੁਸੀਂ ਕਿਸੇ ਤੋਂ ਕੋਈ ਚੀਜ਼ ਲੈਣ ਜਾਓ ਤੇ ਅਗਲੇ ਕੀ ਕਹਿੰਦੇ ਨੇ, ਤੁਸੀਂ ਥੋੜੀ ਜਿਹੀ ਕਿਸੇ ਤੋਂ ਦਾਨ ਕੋਈ ਭਿਖਿਆ ਮੰਗੋ, ਉਹ ਕਹਿੰਦਾ ਜੀ ਤੁਹਾਡੇ ਕੋਲੇ ਕੋਈ ਫੋਨ ਨੰਬਰ ਹੈਗਾ, ਦਿਓ। ਕੋਈ ਈਮੇਲ ਹੈਗੀ ਹੈ, ਉਹ ਵੀ ਦਿਓ। ਕੋਈ ਤੁਹਾਡਾ ਹੋਰ ਅਕਾਊਂਟ ਹੈਗਾ ਤੇ ਉਹ ਵੀ ਦਿਓ। ਫਿਰ ਤੁਹਾਨੂੰ ਐਡ ਆਉਣੀ ਸ਼ੁਰੂ ਹੋ ਜਾਏਗੀ ਉਸ ਨੰਬਰ ਤੋਂ। ਨਾ, ਚੈਰਿਟੀ ਇੱਦਾਂ ਨਹੀਂ ਹੁੰਦੀ, ਧਰਮ ਇੱਦਾਂ ਨਹੀਂ ਹੁੰਦਾ, ਵਪਾਰ ਇੱਦਾਂ ਹੀ ਹੁੰਦਾ ਹੈ। ਬਿਜ਼ਨਸ ਜਿਹੜਾ ਉਹ ਤੁਹਾਡੇ ਜਿੰਨੇ ਕੰਟੈਕਟਸ ਹੋਣਗੇ ਉਨਾ ਵੱਡਾ ਹੋਏਗਾ, ਧਰਮ ਨਹੀਂ। ਨਾ, ਧਰਮ ਦਾ ਇਹਨਾਂ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ। ਧਰਮ ਇਹ ਕਹਿੰਦਾ ਵੀ ਸੱਜੇ ਹੱਥ ਨਾਲ ਦਿਓ, ਖੱਬੇ ਨੂੰ ਨਹੀਂ ਪਤਾ ਹੋਣਾ ਚਾਹੀਦਾ। ਖੱਬੇ ਹੱਥ ਨਾਲ ਦਿਓ, ਸੱਜੇ ਹੱਥ ਨੂੰ ਨਹੀਂ ਪਤਾ ਹੋਣਾ ਚਾਹੀਦਾ ਕਿ ਤੁਸੀਂ ਦਿੱਤਾ ਹੈ। ਹੁਣ ਉਹਨੇ ਅਗਲੀ ਗੱਲ ਪੁੱਛ ਲਈ, ਕਹਿਣ ਲੱਗਾ ਤੂੰ ਕੱਲਾ ਹੈ ਕਿ ਤੇਰੇ ਨਾਲ ਹੈ ਕੋਈ? ਹੈ ਇਹ ਏਕਲੋ ਕਹਿ ਕਿਹ ਸੰਗਾ, ਤੂੰ ਕਿਸੇ ਦੇ ਨਾਲ ਆਇਆ ਹੈ ਕਿ ਕੱਲਾ ਹੈ? ਪਹਿਲੀ ਗੱਲ। ਇਤ ਦਿਸ਼ ਆਇਓ ਕਿਉਂ ਇਸ ਢੰਗਾ, ਇਸ ਦੇਸ਼ ਵਿੱਚ ਕੀ ਲੈਣ ਆਇਆ? ਕਿਸੇ ਦੂਜੇ ਦੇਸ਼ ਦਾ ਆਦਮੀ ਹੈ ਤੇ ਇੱਥੇ ਲੈਣ ਕੀ ਆਇਆ? ਭਾਵ ਆਪਣਾ ਕੰਮ ਦੱਸ, ਆਉਣ ਦਾ ਕਾਰਨ ਕੀ ਹੈ, ਵਿਜ਼ਿਟ ਕਿਉਂ ਕੀਤਾ ਹੈ ਤੂੰ ਇੱਥੇ? ਇਸ ਦੇਸ਼ ਵਿੱਚ ਕਿਸ ਕੰਮ ਲਈ ਆਇਆ ਹੈ, ਉਹ ਆਪਣਾ ਕੰਮ ਵੀ ਦੱਸ। ਹਾਂਜੀ। ਮਰਦਾਨੇ ਸਭ ਕਹਿਓ ਬਿਰਤਾਂਤ, ਤਪਾ ਗੁਰੂ ਨਾਨਕ ਬਖਿਆਤ। ਭਾਈ ਮਰਦਾਨੇ ਨੇ ਸਾਰੀ ਦੁਨੀਆ ਘੁੰਮੀ, ਉਹ ਬੜੇ ਖੁਸ਼ ਮਜਾਜ ਵਿੱਚ ਕਹਿਣ ਲੱਗਾ ਜੀ ਮੈਂ ਤੁਹਾਨੂੰ ਸਾਰਾ ਦੱਸਦਾ। ਜਿਹੜੇ ਤਪਾ ਗੁਰੂ ਨਾਨਕ ਨੇ ਨਾ, ਉਹਨਾਂ ਨੂੰ ਸਾਰੀ ਦੁਨੀਆ ਜਾਣਦੀ ਹੈ। ਭਾਵ ਮੇਰਾ ਗੁਰੂ ਜਿਹੜਾ ਹੈ ਉਹਨੂੰ ਤਪੇ ਨਾਨਕ ਦੇ ਨਾਮ ਤੋਂ, ਤਪਸਵੀ ਦੇ ਨਾਮ ਤੋਂ ਦੁਨੀਆ ਉਹਦੇ ਤੋਂ ਵਾਕਿਫ ਹੈ, ਉਹਦੇ ਤੋਂ ਜਾਣੂ ਹੈ। ਹਾਂਜੀ। ਦੇਸ਼ ਪੰਜਾਬ ਲਖੈ ਸਭ ਕੋਈ, ਵਿਚ ਰਹਿ ਜਿਤ ਕਿਤ ਥਲ ਅਵਲੋਈ। ਉਹਨਾਂ ਦਾ ਦੇਸ਼ ਪੰਜਾਬ ਹੈ, ਸਾਰੀ ਦੁਨੀਆ ਵਿੱਚ ਉਹ ਵਿਚਰਦੇ ਨੇ। ਤੇ ਧਰਮ ਦੀ ਦੁਨੀਆ ਹੋਵੇ ਭਾਵੇਂ ਕੋਈ ਹੋਵੇ, ਸਭ ਲੋਕ ਜਾਣਦੇ ਨੇ ਤਪੇ ਨਾਨਕ ਨੂੰ। ਨਾਨਕ ਨਿਰੰਕਾਰੀ ਜੀ ਦੇ ਨਾਮ ਤੋਂ ਸਾਰੇ ਜਾਣੂ ਨੇ। ਹਾਂਜੀ। ਹਿੰਦੂ ਤੁਰਕ ਸਰਬ ਹੀ ਮੰਨ ਹੈ, ਇਕ ਗੁਰ ਕਹੈ ਇਕ ਪੀਰ ਬਖਾਨ ਹੈ। ਆਖਿਆ ਸਾਈਂ ਜੀ ਮੇਰੇ ਗੁਰੂ ਤਪੇ ਨਾਨਕ ਨੂੰ, ਨਾਨਕ ਨਿਰੰਕਾਰੀ ਨੂੰ ਸਾਰੇ ਮੰਨਦੇ ਨੇ। ਹਿੰਦੂ ਕਹਿੰਦੇ ਨੇ ਸਾਡਾ ਗੁਰੂ ਹੈ, ਮੁਸਲਮਾਨ ਕਹਿੰਦੇ ਨੇ ਇਹ ਨਾਨਕ ਸਾਡਾ ਪੀਰ ਹੈ। ਹਾਂਜੀ। ਬੜ ਅਜਮਤੀ ਪਰਹਿ ਤਿਨ ਪਾਇਨ, ਧਰੈ ਅਗਾਰੀ ਬ੍ਰਿੰਦ ਉਪਾਇਨ। ਮੇਰਾ ਗੁਰੂ ਨਾਨਕ ਬਹੁਤ ਵੱਡੀਆਂ ਅਜਮਤਾਂ ਦਾ ਮਾਲਕ ਹੈ। ਦੁਨੀਆ ਪੈਰਾਂ ਤੇ ਮੱਥਾ ਟੇਕਦੀ ਹੈ, ਭਿਠਾਵਾਂ ਰੱਖਦੀ ਹੈ। ਲੋਕ ਆ ਕੇ ਗੁਰੂ ਨਾਨਕ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਨੇ। ਉਹ ਬਹੁਤ ਵੱਡਾ ਤਪਸਵੀ ਹੈ। ਧਰੇ ਅਗਾਰੀ ਬ੍ਰਿੰਦ ਉਪਾਇਨ, ਕੁੱਲ ਦੁਨੀਆ ਦੀਆਂ ਵਸਤਾਂ ਮੇਰੇ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਆ ਕੇ ਲੋਕ ਮੱਥਾ ਟੇਕਦੇ ਨੇ। ਹਾਂਜੀ। ਤਿਨ ਕੇ ਸੰਗ ਰਬਾਬੀ ਮੈਂ ਹੋਂ, ਸੁੰਦਰ ਸ਼ਬਦ ਗਾਵਨੇ ਕਹਿ ਹੋਂ। ਮੈਂ ਉਸ ਗੁਰੂ ਨਾਨਕ ਦਾ ਰਬਾਬੀ ਹਾਂ। ਰਬਾਬੀ ਦਾ ਮਤਲਬ ਜਿਹੜੇ ਸਾਜ਼ ਵਜਾਉਣ ਵਾਲੇ ਹੁੰਦੇ ਨੇ, ਸਾਜੀ ਵੀ ਕਹਿੰਦੇ ਨੇ ਅੱਜ ਦੇ ਸ਼ਬਦਾਂ ਵਿੱਚ ਉਹਨਾਂ ਨੂੰ, ਜਾਂ ਇਉਂ ਵੀ ਕਹਿ ਦਿੰਦੇ ਨੇ ਵੀ ਇਹ ਗਾਉਣ ਵਾਲੇ ਦੇ ਨਾਲ ਜਿਹੜੇ ਨੇ ਇਹ ਉਹਦੇ ਸਾਥੀ ਨੇ ਭਾਈ, ਸਾਜ਼ ਵਜਾਉਣ ਵਾਲੇ। ਕਹਿਣ ਲੱਗਾ ਜੀ ਮੈਂ ਰਬਾਬੀ, ਕਿਉਂਕਿ ਉਹ ਰਬਾਬ ਹੀ ਵਜਾਉਂਦੇ ਸੀਗੇ, ਮੈਂ ਰਬਾਬ ਵਜਾਉਣਾ ਤੇ ਮੈਨੂੰ ਕੀਰਤਨ ਵੀ ਆਉਂਦਾ।
ਤੇ ਬਾਬਾ ਨਾਨਕ ਦੇ ਨਾਲ ਸੁੰਦਰ ਸ਼ਬਦ ਗਾਵਣੇ ਕਹਿਓ, ਤੇ ਮੈਂ ਬੜੇ ਸੋਹਣੇ ਸ਼ਬਦ ਵੀ ਗਾ ਲੈਣਾ, ਮੈਂ ਉਹਨਾਂ ਦੇ ਨਾਲ ਰਹਿਣਾ। ਹਾਂਜੀ। ਗੇਰ ਢਿੱਗ ਤਾਰੂ ਕੇ ਤਰ ਸੋ ਬੈਸੇ, ਦੇਹੋ ਜਲ ਮਮ ਪ੍ਰਸੰਗ ਹੈ ਐਸੇ। ਕਹਿਣ ਲੱਗਾ ਜੀ ਹੁਣ ਤਾਂ ਪਾਣੀ ਦੇ ਦਿਓ, ਇਹ ਮੇਰਾ ਪ੍ਰਸੰਗ ਹੈ। ਰਹੀ ਗੱਲ ਜੇ ਤੁਸੀਂ ਇਹ ਪੁੱਛੋ ਵੀ ਉਹ ਨਾਨਕ ਤੱਪਾ ਹੈ ਕਿੱਥੇ ਹੈ, ਨਾਨਕ ਨਿਰੰਕਾਰੀ, ਹੁਣ ਇਹਨੇ ਸੋਚਿਆ ਵੀ ਮੈਂ ਦੱਸਦਾ, ਹੋ ਸਕਦਾ ਕਵੇ ਜੀ ਮੈਂ ਨਾਲ ਹੀ ਚੱਲਦਾ ਤੁਹਾਡੇ, ਚਲੋ ਦਰਸ਼ਨ ਕਰਾ ਦਿਓ। ਪਰ ਭਾਈ ਮਰਦਾਨੇ ਨੂੰ ਕੀ ਪਤਾ ਕਿ ਬਾਬਾ ਨਾਨਕ ਆਇਆ ਹੀ ਇਹਦੇ ਵਾਸਤੇ ਹੈ। ਭਾਈ ਮਰਦਾਨੇ ਨੇ ਕਿਹਾ ਜੀ ਉਹ ਥੱਲੇ ਇਸੇ ਪਹਾੜੀ ਦੇ ਥੱਲੇ ਇੱਕ ਦਰਖਤ ਹੈ, ਤੇ ਦਰਖਤ ਦੇ ਥੱਲੇ ਉਹ ਪੀਰ ਗੁਰੂ ਨਾਨਕ ਬੈਠੇ ਨੇ, ਜਿਹਨੂੰ ਮੁਸਲਮਾਨ ਪੀਰ ਕਹਿੰਦੇ ਨੇ, ਹਿੰਦੂ ਗੁਰੂ ਕਹਿੰਦੇ ਨੇ। ਹਾਂਜੀ। ਕੀਰਤ ਜਦ ਸ੍ਰੀ ਗੁਰੂ ਉਚਾਰੀ, ਸਹਿ ਨਾ ਸਕਿਓ ਉਰਵਲੀ ਕੰਧਾਰੀ। ਹਾਂ, ਹੁਣ ਇੱਥੋਂ ਪਤਾ ਲੱਗਦਾ ਵੀ ਤੁਹਾਡੀ ਭਗਤੀ ਬੰਦਗੀ ਕਿੰਨੀ ਹੈ। ਜਦੋਂ ਤੁਸੀਂ ਕਿਸੇ ਬੰਦੇ ਕੋਲ ਜਾ ਕੇ ਦੂਜੇ ਦੀ ਸਿਫਤ ਕਰੋਗੇ, ਉਦੋਂ ਤੁਹਾਨੂੰ ਸਮਝ ਆ ਜਾਏਗੀ ਵੀ ਉਹ ਕਿੱਥੇ ਖਲੋਤਾ ਹੈ। ਭਾਈ ਮਰਦਾਨੇ ਨੇ ਜਦੋਂ ਉਹਦੀ ਬੰਦਗੀ ਕੀਤੀ ਤਾਂ ਉਦੋਂ ਠੀਕ ਸੀ, ਜਦੋਂ ਉਹਦੇ ਕੋਲ ਗੁਰੂ ਨਾਨਕ ਸਾਹਿਬ ਦੀ ਬੰਦਗੀ ਕਰ ਦਿੱਤੀ ਤੇ ਸਾਰਾ ਕੁਝ ਹੀ ਉਲਟਾ ਪੁਲਟਾ ਹੋ ਗਿਆ। ਕੀਰਤ ਜਦ ਸ੍ਰੀ ਗੁਰੂ ਉਚਾਰੀ ਸਹਿ ਨਾ ਸਕਿਓ, ਇਹ ਗੱਲ ਵਲੀ ਕੰਧਾਰੀ ਨੂੰ ਚੰਗੀ ਨਹੀਂ ਲੱਗੀ ਕਿ ਪਾਣੀ ਮੇਰੇ ਕੋਲੋਂ ਮੰਗਣ ਆਇਆ ਤੇ ਗੁਣ ਆਪਣੇ ਗੁਰੂ ਦੇ ਗਾਵੇ ਕਿ ਉਹ ਤੇ ਬੜਾ ਵੱਡਾ ਹੈ ਜੀ, ਦੁਨੀਆ ਉਹਨੂੰ ਮੱਥੇ ਟੇਕਦੀ ਹੈ ਜੀ, ਉਹਦੇ ਅੱਗੇ ਤੇ ਲੋਕ ਭੇਟਾਵਾਂ ਰੱਖਦੇ ਨੇ ਜੀ, ਲੋਕ ਉਹਨੂੰ ਗੁਰੂ ਕਹਿੰਦੇ ਨੇ ਜੀ, ਪੀਰ ਕਹਿੰਦੇ ਨੇ ਜੀ। ਇਹ ਵਲੀ ਕੰਧਾਰੀ ਨੂੰ ਗੱਲਾਂ ਚੰਗੀਆਂ ਨਹੀਂ ਲੱਗੀਆਂ। ਹਾਂਜੀ। ਜਿਮ ਦ੍ਰਿਗ ਦੁਖ ਤੇ ਸੰਕਟ ਪੈ ਹੈ, ਦੀਪਕ ਦੀਪਤ ਨਹਿ ਨਾ ਸੁਹੈ ਹੈ। ਕਹਿੰਦੇ ਨੇ ਕਵੀ ਜੀ ਨੇ ਉਦਾਹਰਨ ਬੜੀ ਵਧੀਆ ਦਿੱਤੀ। ਕਹਿੰਦੇ ਜੇ ਕਿਸੇ ਦੀ ਅੱਖ ਦੁਖਦੀ ਹੋਵੇ, ਆ ਸਾਡੀਆਂ ਦੋ ਅੱਖਾਂ ਨੇ ਨਾ, ਹੁਣ ਜੇ ਤੇ ਅੱਖਾਂ ਠੀਕ ਨੇ ਤੇ ਲਾਈਟ ਕਿੰਨੀ ਚੰਗੀ ਲੱਗਦੀ ਪਤਾ ਤੁਹਾਨੂੰ। ਕਿਤੇ ਲਾਈਟਿੰਗ ਹੋਵੇ ਤਾਂ ਅਸੀਂ ਵੇਖਣ ਜਾਂਦੇ ਆ, ਅੱਖਾਂ ਠੀਕ ਹੋਣ ਤੇ ਉਡੀਕਦੇ ਰਹੀਦਾ ਕਦੋਂ ਦਿਨ ਚੜ੍ਹੇਗਾ। ਪਰ ਜੇ ਇਹੀ ਅੱਖਾਂ ਖਰਾਬ ਹੋਣ, ਕਹਿੰਦੇ ਅੱਖਾਂ ਨੂੰ ਦੀਵਾ ਸਭ ਤੋਂ ਭੈੜਾ ਲੱਗਦਾ ਹੈ। ਜਦੋਂ ਅੱਖਾਂ ਦਾ ਟ੍ਰੀਟਮੈਂਟ ਹੁੰਦਾ ਹੈ, ਉਦੋਂ ਖਾਸ ਕਰਕੇ ਡਾਕਟਰ ਇਹ ਹਦਾਇਤ ਕਰਦੇ ਨੇ ਕਿ ਭਾਈ ਤੂੰ ਕੁਝ ਸਮਾਂ ਧੁੱਪ ਦੇ ਵਿੱਚ ਨਹੀਂ ਜਾਣਾ, ਚਾਨਣ ਵਿੱਚ ਨਹੀਂ ਜਾਣਾ, ਕਾਲਾ ਚਸ਼ਮਾ ਲਾ ਕੇ ਰੱਖਣਾ ਹੈ ਜਾਂ ਉੱਤੇ ਹਰੀ ਪੱਟੀ ਬੰਨ੍ਹ ਕੇ ਰੱਖਣੀ ਹੈ। ਕਹਿੰਦੇ ਜਿਵੇਂ ਦੁੱਖ ਦੀ ਅੱਖ ਨੂੰ ਚਾਨਣ ਚੰਗਾ ਨਹੀਂ ਲੱਗਦਾ, ਦੀਵਾ ਅੱਛਾ ਨਹੀਂ ਲੱਗਦਾ, ਜਿੰਨੀ ਉਹਨੂੰ ਦਰਦ ਹੁੰਦੀ, ਪੀੜਾ ਹੁੰਦੀ, ਇੰਨੀ ਪੀੜਾ ਵਲੀ ਕੰਧਾਰੀ ਨੂੰ ਗੁਰੂ ਨਾਨਕ ਦੀ ਸ਼ੋਭਾ ਸੁਣ ਕੇ ਹੋਈ ਹੈ ਕਿ ਸਹਿ ਨਾ ਸਕਿਓ ਔਰ ਵਲੀ ਕੰਧਾਰੀ, ਜਿਮ ਦ੍ਰਿਗ ਦੁਖ ਤੇ ਸੰਕਟ ਪੈ ਹੈ, ਦੀਪਕ ਦਿਪਤ ਨਹੀਂ ਸੋ ਸਹਿ ਹੈ। ਦੁੱਖ ਦੀ ਅੱਖ ਦੀਵਾ ਜਗਦਾ ਨਹੀਂ ਵੇਖ ਸਕਦੀ। ਹਾਂਜੀ। ਕਹੈ ਜੋ ਤਪਾ ਅਜਮਤੀ ਐਸੇ, ਕਿਉਂ ਨਾ ਮੰਗਵੈ ਜਲ ਜਹ ਬੈਸੇ। ਉਹ ਕਹਿਣ ਲੱਗਾ ਕਿ ਜੇ ਤੇਰੇ ਗੁਰੂ ਪੀਰ ਦੇ ਵਿੱਚ ਇੰਨੀ ਸ਼ਕਤੀ ਹੈ ਤੇ ਉਹ ਤੈਨੂੰ ਪਾਣੀ ਤੇ ਮੰਗਵਾ ਕੇ ਦੇ ਨਹੀਂ ਸਕਿਆ, ਪਾਣੀ ਪੀਣ ਤੂੰ ਮੇਰੇ ਕੋਲ ਆਇਆ ਤੇ ਵਡਿਆਈਆਂ ਤੂੰ ਮੇਰੇ ਕੋਲ ਉਹਦੀਆਂ ਕਰੀ ਜਾਂਦਾ। ਹਾਂਜੀ। ਜਿਸ ਮਹਿ ਅਜਮਤ ਕਹੈ ਗਹੀਰ, ਸੰਗੀ ਇਮ ਜਾਚਤ ਫਿਰ ਨੀਰ। ਜੇ ਤੂੰ ਕਵੇਂ ਕਿ ਮੈਂ ਉਹਨਾਂ ਦਾ ਸੰਗੀ ਆ, ਉਹ ਬੜੇ ਅਜਮਤਾਂ ਵਾਲੇ ਨੇ, ਤੇ ਕਹਿਣ ਲੱਗਾ ਫਿਰ ਸੰਗੀ ਇਮ ਜਾਚਤ ਫਿਰ ਨੀਰ। ਕਹਿੰਦਾ ਮੈਨੂੰ ਸਮਝ ਨਹੀਂ ਆਈ ਕਿ ਏਡੇ ਕਰਾਮਾਤੀ ਕਿਸੇ ਪੀਰ ਫਕੀਰ ਦਾ ਚੇਲਾ ਪਾਣੀ ਮੰਗਦਾ ਫਿਰੇ, ਪਾਣੀ ਪਿੱਛੇ ਪਹਾੜੀਆਂ ਤੇ ਚੜ੍ਹਦਾ ਫਿਰੇ, ਤੇ ਕਾਹਦਾ ਪੀਰ ਫਕੀਰ ਹੋਇਆ। ਹਾਂਜੀ। ਉਚਿਤ ਤ੍ਰਿਖਾ ਤੁਰ ਕੋ ਜਲ ਦੇਨਾ, ਅਬ ਨਹਿ ਦਿਓ ਭਨੇ ਸੁਨ ਬੈਨਾ। ਕਹਿਣ ਲੱਗਾ ਵੀ ਪਾਣੀ ਦੇਣਾ ਤੇ ਉਚਿਤ ਹੈ, ਪਿਆਸੇ ਨੂੰ ਦੇਣਾ ਚਾਹੀਦਾ। ਪਤਾ ਉਹਨੂੰ ਵੀ ਸੀ ਧਰਮ ਕੀ ਹੈ,
ਕਹਿੰਦਾ ਪਰ ਹੁਣ ਨਹੀਂ ਦਿਆਂਗਾ, ਹੁਣ ਤੂੰ ਜਿਹਦੇ ਗੁਣ ਗਾਉਣਾ ਹੈ ਜਾਂ ਉਹਦੇ ਕੋਲ ਹੀ ਜਾ ਕੇ ਲੈ ਲੈ ਪਾਣੀ, ਉਹਨੂੰ ਕਹਿ ਤੈਨੂੰ ਦਵੇ ਪਾਣੀ ਪੀਣ ਵਾਸਤੇ। ਹਾਂਜੀ। ਸੁਨ ਮਰਦਾਨਾ ਤਾਂ ਕੀ ਆਇਸ, ਸਕਲਾ ਆਪਨ ਬ੍ਰਿਤੰਤ ਬਤਾਇਸ। ਤਦੋਂ ਫਿਰ ਭਾਈ ਮਰਦਾਨਾ ਜਿਹੜਾ ਸੀ ਉਹਨੇ ਸਾਰੀ ਆਇਸ ਸੁਣੀ, ਸਕਲਾ ਆਪਣਾ ਬ੍ਰਿਤੰਤ ਬਤਾਇਸ। ਭਾਈ ਮਰਦਾਨਾ ਜਿਹੜਾ ਸੀ ਉਹ ਵਾਪਸ ਆ ਗਿਆ। ਆ ਕੇ ਉਹਨੇ ਬਾਬੇ ਨਾਨਕ ਨੂੰ ਸਾਰੀ ਮਿਥਿਆ ਸੁਣਾਈ ਵੀ ਬਾਬਾ ਮੇਰੇ ਨਾਲ ਤੇ ਇੰਜ ਹੋਇਆ, ਬੜੀ ਮੁਸ਼ਕਲ ਮੈਂ ਪਹਾੜੀ ਤੇ ਚੜ੍ਹਿਆ ਤੇ ਉਹਨੇ ਫਕੀਰ ਨੇ ਤੇ ਮੈਨੂੰ ਪਾਣੀ ਦਿੱਤਾ ਹੀ ਨਹੀਂ। ਹਾਂਜੀ। ਰਾਵਰ ਕੋ ਜਸ ਸੁਨ ਦੁਖ ਮਾਹਾ, ਜਨ ਬਿਰਹਨ ਮਨ ਸਸ ਬਹੁਦਾਹਾ। ਕਹਿਣ ਲੱਗਾ ਜੀ ਮੈਂ ਤੁਹਾਡਾ ਜਸ ਉਹਦੇ ਕੋਲੇ ਕੀ ਗਾ ਲਿਆ। ਉਹਦੀ ਹਾਲਤ ਇਹ ਹੋ ਗਈ ਕਿ ਜਿਵੇਂ ਬਿਰਹਣ ਹੁੰਦੀ ਹੈ। ਕਹਿੰਦੇ ਉਹਨੂੰ ਚੰਦਰਮਾ ਬਹੁਤ ਸਾੜਦਾ ਹੈ। ਵੇਖੋ ਇੱਕ ਬੜਾ ਇੱਕ ਅਲੰਕਾਰ ਹੈ ਕਿ ਜਦੋਂ ਚੰਦਰਮਾ ਭਰਦਾ ਹੈ ਨਾ, ਜਿਵੇਂ ਪੂਰਨਿਮਾ ਦੀ ਰਾਤ ਹੁੰਦੀ ਹੈ, ਤੇ ਉਹ ਇਸਤਰੀ ਜਿਹੜੀ ਆਪਣੇ ਪਤੀ ਦੇ ਬਿਰਹੇ ਵਿੱਚ ਹੈ, ਉਸ ਨੂੰ ਇਹਦਾ ਚੰਦਰਮਾ ਦਾ ਪੂਰਾ ਹੋਣਾ ਕਹਿੰਦੇ ਬੜਾ ਦੁੱਖ ਦਿੰਦਾ ਹੈ। ਹੁਣ ਇਹਨਾਂ ਚੀਜ਼ਾਂ ਦਾ ਮਨੋਦਸ਼ਾ ਤੇ ਅਸਰ ਹੁੰਦਾ ਹੈ। ਜਿਵੇਂ ਰਾਤ ਹਨੇਰੀ ਹੋਵੇ ਉਹਦਾ ਵੀ ਅਸਰ ਹੁੰਦਾ ਹੈ, ਰਾਤ ਚਾਨਣੀ ਹੋਵੇ ਉਹਦਾ ਵੀ ਅਸਰ ਹੁੰਦਾ ਹੈ। ਹੁਣ ਤੁਸੀਂ ਕਹੋਗੇ ਜੀ ਇਹ ਕਿਵੇਂ ਹੁੰਦਾ ਹੈ, ਦੱਸੋ ਸਮੁੰਦਰ ਤੇ ਕਿਵੇਂ ਹੁੰਦਾ ਹੈ? ਜਵਾਰ ਭਾਟਾ ਸਮੁੰਦਰ ਵਿੱਚ ਦਿਨੇ ਕਿਉਂ ਨਹੀਂ ਆਉਂਦਾ, ਰਾਤ ਨੂੰ ਕਿਉਂ ਆਉਂਦਾ? ਆ ਜਿਹੜੇ ਲੋਕ ਪੱਥਰ ਪਾਉਂਦੇ ਨੇ ਉਂਗਲਾਂ ਵਿੱਚ, ਤੁਸੀਂ ਕੀ ਸਮਝਦੇ ਵੀ ਇਹਦੇ ਪਿੱਛੇ ਕੋਈ ਗੱਲ ਹੈ? ਨਹੀਂ ਹੈਗੀ ਹੈ, ਪਰ ਉਹ ਗੱਲ ਇੰਨੀ ਛੋਟੀ ਹੈ ਪਰ ਬਣਾ ਏਡੀ ਵੱਡੀ ਦਿੱਤੀ ਹੈ। ਵੇਖੋ ਰੱਬ ਨੇ ਹਰ ਚੀਜ਼ ਵਿੱਚ ਸ਼ਕਤੀ ਪਾਈ, ਪੱਥਰ ਵਿੱਚ ਵੀ ਤਾਕਤ ਹੈ, ਪਰ ਹੁਣ ਪੱਥਰ ਦੀ ਤਾਕਤ ਤੁਸੀਂ ਗੁਰੂ ਦੀ ਤਾਕਤ ਦੇ ਬਰਾਬਰ ਸਮਝ ਕੇ ਉਂਗਲਾਂ ਭਰ ਲਓ ਤੇ ਸੋਚੋ ਵੀ ਜੋ ਗੁਰੂ ਗ੍ਰੰਥ ਸਾਹਿਬ ਤੋਂ ਮਿਲ ਸਕਦਾ ਉਹ ਇਹਨਾਂ ਚੀਚੀਆਂ ਤੇ ਉਂਗਲਾਂ ਤੋਂ ਮਿਲ ਜਾਏਗਾ। ਇਹ ਸਾਡੀ ਗਲਤੀ ਹੈ। ਉਹਨਾਂ ਲੋਕਾਂ ਨੂੰ ਇਹ ਚੀਜ਼ਾਂ ਮੁਬਾਰਕ ਨੇ ਜਿਨ੍ਹਾਂ ਕੋਲ ਗੁਰਬਾਣੀ ਨਹੀਂ ਹੈ, ਜਿਨ੍ਹਾਂ ਕੋਲ ਗੁਰੂ ਨਹੀਂ ਹੈ, ਜਿਨ੍ਹਾਂ ਕੋਲ ਧਰਮ ਨਹੀਂ ਹੈ। ਹੁਣ ਜਿਵੇਂ ਰੁਦਰਾਖ ਦੀ ਮਲ ਹੈ, ਹੁਣ ਹੈ ਤੇ ਇੱਕ ਰੁੱਖ ਹੀ ਹੈ ਨਾ। ਹੁਣ ਜਿਹੜਾ ਬੰਦਾ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਉਹਦਾ ਅਸਰ ਜ਼ਿਆਦਾ ਹੋਏਗਾ ਕਿ ਉਹ ਲੱਕੜ ਦੇ ਉਸ ਮਣਕੇ ਦਾ ਅਸਰ ਜ਼ਿਆਦਾ ਹੋਏਗਾ? ਇਹ ਗੱਲ ਤੇ ਅੰਡਰਸਟੂਡ ਹੋਣੀ ਚਾਹੀਦੀ ਆ, ਸਾਨੂੰ ਆਪ ਨੂੰ ਸਮਝ ਆਉਣੀ ਚਾਹੀਦੀ ਹੈ ਵੀ ਦੋਨਾਂ ਚੀਜ਼ਾਂ ਵਿੱਚ ਕਿੰਨਾ ਫਰਕ ਹੈ। ਹੁਣ ਦੇਖੋ ਨਾ, ਤੁਸੀਂ ਵੇਖਿਆ ਲੋਕ ਈਵਨ ਬੱਚੇ ਟੈਡੀ ਬੀਅਰ ਲੈ ਕੇ ਖੇਡਦੇ ਨੇ ਨਾ, ਖਾਸ ਕਰਕੇ ਕੁੜੀਆਂ ਨੂੰ ਜ਼ਿਆਦਾ ਆਦਤ ਹੁੰਦੀ ਹੈ ਛੋਟੇ ਛੋਟੇ ਖਿਡੌਣੇ ਲੈ ਕੇ ਖੇਡਣਾ। ਤੇ ਜੇ ਕਿਸੇ 3, 4, 5 ਸਾਲ ਦੀ ਕੁੜੀ ਦੇ ਘਰ ਉਹਦੇ ਮਾਂ-ਪਿਓ ਦੇ ਕੋਲ ਇੱਕ ਬੱਚਾ ਹੋ ਜਾਏ, ਅਗਰ ਅਸਲੀ ਵੀਰ ਉਹਨੂੰ ਮਿਲ ਜਾਏ ਤੇ ਕੀ ਉਹਨੂੰ ਟੈਡੀ ਬੀਅਰ ਦੀ ਲੋੜ ਹੈਗੀ ਹੈ? ਹਾਂ, ਜਿਹਦੇ ਨਹੀਂ ਬੱਚਾ ਘਰ 'ਚ ਹੈਗਾ ਤੇ ਕੁੜੀ ਟੈਡੀ ਬੀਅਰ ਨਾਲ ਨਹੀਂ ਖੇਡੇਗੀ ਤੇ ਕਿਹਦੇ ਨਾਲ ਖੇਡੇਗੀ? ਉਹ ਬੱਚੇ ਕੋਲੇ ਆਪਸ਼ਨ ਕੀ ਹੈ? ਘਰ 'ਚ 3, 4 ਸਾਲ ਦੀ ਤੁਹਾਡੀ ਵੱਡੀ ਧੀ ਹੈ, ਉਹ ਕਿਹਦੇ ਨਾਲ ਖੇਡੇ? ਹੈ ਹੀ ਕੋਈ ਨਹੀਂ। ਪਰ ਜਦੋਂ ਘਰ ਦੂਜਾ ਬੱਚਾ ਪੈਦਾ ਹੋ ਜਾਏ, ਬੇਟਾ ਹੋ ਜਾਏ, ਬੇਟੀ ਹੋ ਜਾਏ, ਤੇ ਫਿਰ ਉਹ ਵੱਡੀ ਲੜਕੀ ਛੋਟੀ ਲੜਕੀ ਨਾਲ ਖੇਡੇਗੀ, ਟੈਡੀ ਬੀਅਰ ਨਾਲ ਨਹੀਂ ਖੇਡੇਗੀ। ਜੋ ਪਿਆਰ ਉਹਨੂੰ ਜੀਵਤ ਬੱਚਾ ਦੇ ਸਕਦਾ ਹੈ ਉਹ ਟੈਡੀ ਬੀਅਰ ਨਹੀਂ ਦੇ ਸਕਦਾ, ਉਹ ਖਿਡੌਣੇ ਨਹੀਂ ਦੇ ਸਕਦੇ। ਇੰਨੀ ਗੱਲ ਸਮਝਣ ਵਾਲੀ ਹੈ। ਕਹਿੰਦੇ ਜਿਵੇਂ ਇੱਕ ਬਿਰਹਣ ਬਿਰਹੇ ਵਿੱਚ ਭਰੀ ਇਸਤਰੀ ਨੂੰ ਚੰਦਰਮਾ ਦੀ ਚਾਨਣੀ ਪੀੜਤ ਕਰਦੀ ਹੈ। ਆਖਿਆ ਬਾਬਾ ਤੇਰਾ ਜਸ ਉਸ ਵਲੀ ਕੰਧਾਰੀ ਨੂੰ ਬੜਾ ਦੁੱਖ ਦਿੱਤਾ, ਉਹਨੇ ਬੜਾ ਸੰਕਟ ਦਿੱਤਾ। ਉਹ ਤੇ ਇੰਨਾ ਪੀੜਾ ਨਾਲ ਭਰਿਆ ਕਿ ਉਹਨੇ ਮੈਨੂੰ 2 ਬੁੱਕ ਪਾਣੀ ਦੇ ਨਹੀਂ ਦਿੱਤੇ। ਹਾਂਜੀ।
ਅਸ ਪੁਰਸ਼ੋਤਮ ਸੰਗ ਜਿਠਾਨਾ ਜਲ ਜਾਚਤ ਵਿਚਰਤ ਬਹੁ ਥਾਨਾ। ਉਹ ਕਹਿੰਦਾ ਸੀ ਵੀ ਜੇ ਤੇਰਾ ਮੁਰਸ਼ਿਦ ਇੰਨਾ ਪਰਸ਼ੋਤਮ ਹੈ, ਵੱਡਾ ਹੈ, ਤੇ ਤੂੰ ਥਾਂ ਥਾਂ ਤੇ ਪਾਣੀ ਕਿਉਂ ਮੰਗਦਾ ਹੈ? ਹਾਂਜੀ। ਕਿਉ ਨਾ ਨਿਕਾਸਹਿ ਨਿਕਟ ਸੁਨੀਰਾ ਜੇ ਅਜਮਤ ਕਰ ਹੋਏ ਗਹੀਰਾ। ਜੇ ਉਹ ਅਜਮਤ ਵਿੱਚ ਗਹੀਰ ਹੈ, ਵੱਡਾ ਹੈ, ਤੇ ਉਹਨੂੰ ਕਹੋ ਜਿੱਥੇ ਬੈਠਾ ਹੈ ਉੱਥੇ ਪਾਣੀ ਕੱਢ ਲਵੇ। ਉਹ ਉੱਥੋਂ ਹੀ ਧਰਤੀ ਵਿੱਚੋਂ ਪਾਣੀ ਕਿਉਂ ਨਹੀਂ ਪੈਦਾ ਕਰਦਾ ਜੇ ਉਹਦੇ ਕੋਲ ਸ਼ਕਤੀ ਹੈ ਤਾਂ? ਹਾਂਜੀ। ਸ਼੍ਰੀ ਗੁਰੂ ਨਾਨਕ ਪੁਨ ਮੁਸਕਾਨੇ ਭਨਿਓ ਸੋ ਤਿਸ ਕੇ ਮਾਨ ਮਹਾਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮੁਸਕਰਾ ਪਏ। ਮੁਸਕਰਾ ਕੇ ਫਿਰ ਕਹਿਣ ਲੱਗੇ, ਮਰਦਾਨਿਆਂ ਨਹੀਂ, ਇੱਕ ਵਾਰੀ ਹੋਰ ਜਾ। ਭਾਵ ਉਹਨੂੰ ਇੱਕ ਮੌਕਾ ਹੋਰ ਦੇਣਾ ਚਾਹੁੰਦੇ ਨੇ ਸਤਿਗੁਰੂ, ਵੀ ਹੋ ਸਕਦਾ ਤੇਰੇ ਮੁੜਨ ਤੋਂ ਬਾਅਦ ਉਹਨੂੰ ਲੱਗਿਆ ਹੋਵੇ ਵੀ ਮੇਰੇ ਤੋਂ ਗਲਤੀ ਹੋਈ ਹੈ, ਵੀ ਜੇ ਬੰਦਾ ਵਾਪਸ ਆਵੇ ਤਾਂ ਮੈਂ ਪਾਣੀ ਪਿਆਵਾਂਗਾ, ਬਈ ਮੈਨੂੰ ਮੁੜਨਾ ਨਹੀਂ ਸੀ ਚਾਹੀਦਾ। ਕਈ ਵਾਰੀ ਨਾ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਤੋਂ ਇਹ ਗਲਤੀ ਹੋਈ ਹੈ, ਨਾ ਸਾਨੂੰ ਨਹੀਂ ਸੀ ਕਰਨੀ ਚਾਹੀਦੀ। ਹਾਂਜੀ। ਸਹਿ ਨਾ ਸਕੈ ਅਪਰ ਬੜਾਈ ਮਤ ਸਰ ਪਾਵਕ ਤੇ ਤਪਤਾਈ। ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ ਕੋਈ ਗੱਲ ਨਹੀਂ, ਹੁੰਦਾ ਹੀ ਹੈ, ਬੰਦਾ ਦੂਜੇ ਦੀ ਵਡਿਆਈ ਸਹਾਰ ਨਹੀਂ ਸਕਦਾ। ਇਹ ਈਰਖਾ ਜਿਹੜੀ ਹੈ, ਮਤਸਰ ਜਿਹੜੀ ਹੈ, ਇਹ ਅਗਨੀ ਵਰਗੀ ਹੁੰਦੀ ਹੈ। ਮਤਸਰ ਪਾਵਕ ਤੇ ਤਪਤਾਈ, ਦੂਜੇ ਦੀ ਈਰਖਾ ਵਿੱਚ ਬੰਦੇ ਸੜਦੇ ਰਹਿੰਦੇ ਨੇ। ਜਦੋਂ ਆਪਾਂ ਦੂਜੇ ਦੀ ਈਰਖਾ ਕਰਦੇ ਹਾਂ ਤੇ ਉਹਦੇ 'ਚ ਗੁੱਸਾ ਕਿਹਨੂੰ ਆਉਂਦਾ? ਸਾਨੂੰ। ਖੂਨ ਕਿਹਦਾ ਸੜਦਾ ਹੈ? ਸਾਡਾ। ਨੀਂਦ ਕਿਹਦੀ ਗਵਾਚਦੀ ਹੈ? ਸਾਡੀ। ਸ਼ਾਂਤੀ ਕਿਹਦੀ ਗਵਾਚਦੀ ਹੈ? ਸਾਡੀ। ਉਹਨੂੰ ਕੀ ਹੁੰਦਾ? ਉਹਨੂੰ ਕੁਝ ਵੀ ਨਹੀਂ ਹੁੰਦਾ। ਉਹਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਵੀ ਕੋਈ ਬੰਦਾ ਮੇਰੇ ਤੋਂ ਈਰਖਾ ਵੀ ਕਰ ਰਿਹਾ ਹੈ। ਕਿਸੇ ਨਾਲ ਈਰਖਾ ਕਰਨ ਵਾਲੇ ਦਾ ਹੀ ਨੁਕਸਾਨ ਹੁੰਦਾ ਹੈ, ਜਿਹਦੇ ਨਾਲ ਤੁਸੀਂ ਈਰਖਾ ਕਰਦੇ ਹੋ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ। ਹਾਂਜੀ। ਤੁਰ ਕਰੂਪ ਤੂੰ ਤੇ ਢਿਗ ਜੈ ਕੈ ਜਲ ਜਾਚੋ ਪੀਵੋ ਤ੍ਰਿਪਤੈ ਕੈ। ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ ਇੱਕ ਵਾਰੀ ਹੋਰ ਜਾ, ਤੇ ਉਹਨੂੰ ਵਾਸਤਾ ਪਾ ਵੀ ਭਰਾ ਤੂੰ ਵੀ ਮੁਸਲਮਾਨ ਹੈ, ਮੈਂ ਵੀ ਮੁਸਲਮਾਨ ਆ, ਤੇ ਚਲੋ ਹੋਰ ਨਹੀਂ ਤੇ ਮੁਸਲਮਾਨ ਭਰਾ ਨੂੰ ਹੀ ਪਾਣੀ ਦੇ ਦੇ। ਹਾਂਜੀ। ਤੁਰਕ ਤੁਰਕ ਸੋ ਰਾਖੇ ਪਾਏ ਨਿਮਰ ਹੋਏ ਲੀਜੈ ਜਲ ਜਾਏ। ਜਾਂ ਮਰਦਾਨਿਆਂ ਨਿਮਰੀ ਹੋ ਕੇ ਲੈ ਲੈ, ਭਾਵ ਥੋੜਾ ਜਿਹਾ ਤਰਲਾ ਮਿੰਨਤ ਕਰ, ਥੋੜਾ ਜਿਹਾ ਮੁਸਲਮਾਨ ਭਰਾ ਹੋਣ ਦਾ ਵਾਸਤਾ ਪਾ ਕੇ ਕਰ, ਹੋ ਸਕਦਾ ਪਾਣੀ ਦੇ ਹੀ ਦੇਵੇ। ਹਾਂਜੀ। ਗੁਰਿ ਆਇਸ ਤੇ ਪੁਨ ਮਰਦਾਨਾ ਗਇਓ ਪੀਰ ਢਿਗ ਬਾਕ ਬਖਾਨਾ। ਭਾਈ ਮਰਦਾਨਾ ਜੀ ਫਿਰ ਗਏ, ਗੁਰੂ ਜੀ ਦਾ ਬਚਨ ਮੰਨਿਆ, ਫਿਰ 1 ਮੀਲ ਉੱਚੇ ਚੜ੍ਹੇ, ਫਿਰ ਉਸ ਵਲੀ ਕੰਧਾਰੀ ਦੇ ਕੋਲ ਗਏ ਨੇ। ਹਾਂਜੀ। ਪਾਨ ਦਾਨ ਕੋ ਫਲ ਅਧਿਕਾਈ ਇਹਾਂ ਨ ਢਿਗ ਹੈ ਪਿੱਖੀ ਸਥਾਈ। ਫਿਰ ਜਾ ਕੇ ਕਹਿਣ ਲੱਗਾ, ਜੀ ਪਾਣੀ ਪਿਆਉਣਾ ਬੜਾ ਵੱਡਾ ਪੁੰਨ ਹੈ, ਪਾਣੀ ਪਿਆਉਣਾ ਇਹ ਬਹੁਤ ਵੱਡੀ ਸੇਵਾ ਹੈ। ਕਹਿਣ ਲੱਗਾ, ਜੀ ਮੈਨੂੰ ਪਿਆ ਦਿਓ। ਇਸ ਕਰਕੇ ਇਹਾਂ ਨਾ ਢਿਗ ਹਵੈ ਪਿੱਖੀ ਸਥਾਈ। ਕਹਿਣ ਲੱਗਾ, ਜੀ ਮੈਂ ਸਾਰੀਆਂ ਥਾਵਾਂ ਵੇਖੀਆਂ ਨੇ ਪਰ ਪਾਣੀ ਕਿਤੇ ਨਹੀਂ ਹੈਗਾ, ਤੇ ਪਾਣੀ ਪਿਆਉਣਾ ਬੜਾ ਵੱਡਾ ਪੁੰਨ ਹੈ, ਤੇ ਮੈਨੂੰ ਵੀ ਪਿਆ ਦਿਓ। ਹਾਂਜੀ। ਸੁਨ ਕਰ ਕ੍ਰੋਧ ਹਟਾਏ ਸੋ ਫੇਰ ਤੋਹੇ ਨ ਜਲ ਦੇਵੋ ਕਿਸ ਬੇਰ। ਪਰ ਉਹ ਤੇ ਫਿਰ ਕ੍ਰੋਧਿਤ ਹੋ ਗਿਆ, ਕਹਿੰਦਾ ਤੂੰ ਫਿਰ ਮੁੜ ਆਇਆ ਓਏ, ਤੈਨੂੰ ਹੁਣੇ ਤੇ ਘੱਲਿਆ ਸੀ। ਪਾਣ ਦਾਨ ਕੋ ਫਲ ਅਧਿਕਾਈ ਸੁਣ ਕਰ ਕ੍ਰੋਧ ਹਟਾਏ ਸੋ ਫੇਰ ਤੋਹੇ ਨਾ ਜਲ ਦੇਵੋ ਕਿਸ ਬੇਰ। ਕਹਿਣ ਲੱਗਾ, ਮੈਂ ਤੈਨੂੰ ਪਹਿਲਾਂ ਵੀ ਮੋੜਿਆ ਸੀ, ਹੁਣ ਫਿਰ ਮੋੜਦਾ। 1 ਵਾਰੀ ਨਹੀਂ 10 ਵਾਰੀ ਵੀ ਆਵੇਂਗਾ, ਪਾਣੀ ਨਹੀਂ ਦੇਣਾ ਮੈਂ ਤੈਨੂੰ, ਤੇਰੇ ਵਾਸਤੇ ਮੇਰੇ ਕੋਲ ਕੋਈ ਪਾਣੀ ਨਹੀਂ ਹੈ। ਹਾਂਜੀ। ਅਜਮਤ ਕੋ ਕਹਿ ਬਾਕ ਜਨਾਵਤ
ਪਿਯਨ ਹੇਤ ਕਰ ਨੀਰ ਨ ਪਾਵਤ। ਅਜਮਤ ਕੋ ਕਹਿ ਬਾਕ ਜਨਾਵਤ। ਗੱਲਾਂ ਤੂੰ ਕਰਦਾ ਵੱਡੀਆਂ, ਤੂੰ ਕਹਿਣਾ ਇਹ ਚਾਹੁੰਦਾ ਹੈ ਕਿ ਭਾਈ ਤੂੰ ਤੇ ਬਹੁਤ ਕਿਸੇ ਅਜਮਤਵਾਨ ਕਿਸੇ ਗੁਰੂ ਪੀਰ ਦਾ ਸੇਵਕ ਹੈ। ਪੀਣ ਹੇਤ ਕਰ ਨੀਰ ਨਾ ਪਾਵਤ। ਪੀਣ ਜੋਗਾ ਉਹਦੇ ਕੋਲੇ ਪਾਣੀ ਨਹੀਂ ਹੈ ਤੇ ਗੱਲਾਂ ਤੇਰੀਆਂ ਪੀਰ ਗੁਰੂ ਬਹੁਤ ਵੱਡੀਆਂ ਵੱਡੀਆਂ ਕਰਦਾ। ਹਾਂਜੀ। ਰਿਸ ਕੋ ਹੇਰ ਹਟਿਓ ਮਰਦਾਨਾ, ਨਹਿ ਦੇ ਜਲ ਗੁਰ ਨਿਕਟ ਬਖਾਨਾ। ਰਿਸ ਕੋ ਹੇਰ ਹਟਿਓ ਮਰਦਾਨਾ। ਉਹਦੇ ਗੁੱਸੇ ਕ੍ਰੋਧ ਨੂੰ ਵੇਖ ਕੇ ਅਖੀਰ ਭਾਈ ਮਰਦਾਨਾ ਜਿਹੜਾ ਸੀ ਉਹ ਵਾਪਸ ਮੁੜ ਆਇਆ ਤੇ ਆ ਕੇ ਗੁਰੂ ਜੀ ਨੂੰ ਕਹਿ ਦਿੱਤਾ, ਕਹਿਣ ਲੱਗਾ ਮਹਾਰਾਜ ਉਹ ਪਾਣੀ ਨਹੀਂ ਦਿੰਦਾ, ਨਾ ਦਿੰਦਾ ਹੈ ਤੇ ਨਾ ਉਸਨੇ ਦੇਣਾ ਹੈ। ਹਾਂਜੀ। ਸ਼੍ਰੀ ਨਾਨਕ ਸਭ ਅੰਤਰ ਜਾਮੀ, ਸਭ ਬਿਦ ਜਾਨ ਪੀਰ ਕੀ ਖਾਮੀ। ਗੁਰੂ ਨਾਨਕ ਦੇ ਪਿਤਾ ਜੀ ਜਾਣਦੇ ਸੀ ਕਿ ਇਹ ਵਲੀ, ਇਹ ਕੰਧਾਰੀ ਵਲੀ ਨਹੀਂ ਹੈ, ਇਹ ਕੰਧਾਰੀ ਹੰਕਾਰੀ ਹੈ। ਆਪਾਂ ਉਲਟਾ ਬੋਲਦੇ ਹਾਂ, ਆਪਾਂ ਕਹਿੰਦੇ ਵਲੀ ਹੰਕਾਰੀ। ਅਸਲ ਵਿੱਚ ਉਹ ਹੰਕਾਰੀ ਸੀ, ਕੰਧਾਰੀ ਸੀ ਤੇ ਹੰਕਾਰੀ ਸੀ। ਵਲੀ ਤੇ ਹੈ ਹੀ ਨਹੀਂ ਸੀ। ਉਹ ਪੈਗੰਬਰ ਨਹੀਂ ਸੀ, ਗੁਰੂ ਪੀਰ ਨਹੀਂ ਸੀ। ਉਹ ਆਇਆ ਸੀ ਕੰਧਾਰ ਤੋਂ ਤਪੱਸਿਆ ਕਰਨ। ਤਪੱਸਿਆ ਪੂਰੀ ਵੀ ਨਹੀਂ ਹੋਈ। ਉਹ ਐਵੇਂ ਹੀ ਹੈ ਜਿਵੇਂ ਅਜੇ ਬੱਚਾ ਪੜ੍ਹਿਆ ਵੀ ਨਾ ਹੋਵੇ ਤਾਂ ਆਪਣੇ ਨਾਂ ਨਾਲ ਪ੍ਰੋਫੈਸਰ ਲਾਉਣਾ ਸ਼ੁਰੂ ਕਰ ਦੇਵੇ। ਵੇਖੋ ਨਾ, ਪੜ੍ਹ ਕੇ ਡਿਗਰੀ ਕੋਈ ਮਾਸਟਰ ਕਰਕੇ ਤੁਸੀਂ ਪ੍ਰੋਫੈਸਰ ਲਿਖੋ ਤੇ ਗੱਲ ਸਮਝ ਆਉਂਦੀ ਹੈ। ਅਜੇ ਫਸਟ ਈਅਰ ਸੈਕੰਡ ਈਅਰ ਜੀ ਹੋਵੇ, ਬੰਦਾ ਕਵੇ ਜੀ ਮੈਂ ਪ੍ਰੋਫੈਸਰ ਹੋ ਗਿਆ ਜੀ। ਧਰਮ ਦੀ ਦੁਨੀਆ ਦੇ ਬਹੁਤ ਵੱਡਾ ਕਲੇਸ਼ ਹੈ। ਘਰ ਛੱਡਿਆ ਨਹੀਂ ਤੇ ਬਾਬਾ ਬਣਿਆ ਨਹੀਂ। ਬਾਬਾ ਬਣਨ ਵਾਸਤੇ ਇੱਕ ਭਗਤੀ ਚਾਹੀਦੀ ਹੈ, ਤਿਆਗ ਚਾਹੀਦਾ ਹੈ, ਸਿਮਰਨ ਚਾਹੀਦਾ ਹੈ, ਬਹੁਤ ਵੱਡੀ ਸ਼ੁਭ ਗੁਣਾਂ ਦੀ ਉਹਦੇ ਕੋਲੇ ਖੇਪ ਚਾਹੀਦੀ ਹੈ, ਤਾਂ ਜਾ ਕੇ ਉਹ ਸ਼ਬਦ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਨਾਲ ਦਰਜ ਨੇ, ਜਾਹਰ ਪੀਰ ਜਗਤ ਗੁਰ ਬਾਬਾ। ਬਾਬਾ ਸ਼ਬਦ ਕੋਈ ਛੋਟਾ ਸ਼ਬਦ ਨਹੀਂ ਹੈ। ਭਾਈ ਗੁਰਦਾਸ ਨੇ ਗੁਰੂ ਨਾਨਕ ਸਾਹਿਬ ਲਈ ਵਰਤਿਆ ਸ਼ਬਦ, ਏਡਾ ਵੱਡਾ ਸ਼ਬਦ ਹੈ। ਹਾਂਜੀ। ਹੁਤੀ ਲਸ਼ਟ ਕਾ ਹਾਥ ਮਝਾਰੀ, ਤਿਸ ਗਿਰ ਕੀ ਜਰ ਮਹਿ ਤਬ ਮਾਰੀ। ਅਸਲ ਵਿੱਚ ਸਤਿਗੁਰੂ ਆਏ ਹੀ ਇਹਦੇ ਵਾਸਤੇ ਸੀ, ਨਹੀਂ ਤਾਂ ਕਸ਼ਮੀਰ ਤੋਂ ਹਸਪਤਾਲ ਲੈਣ ਕੀ ਜਾਣਾ ਸੀ। ਉੱਥੇ ਸਤਿਗੁਰਾਂ ਦਾ ਕੀ ਕੰਮ ਸੀ? ਕੋਈ ਕੰਮ ਨਹੀਂ ਸੀ। ਕੰਮ ਹੀ ਇਹ ਸੀਗਾ ਕਿ ਪੂਰੇ ਸ਼ਹਿਰ ਦਾ ਪਾਣੀ ਇੱਕ ਬੰਦਾ ਰੋਕ ਕੇ ਬੈਠਾ ਹੈ ਉੱਤੇ, ਔਰ ਉਹ ਲੋਕਾਂ ਨੂੰ ਕਹਿੰਦਾ ਜੀ ਮੈਂ ਵਲੀ ਹਾਂ। ਉਹ ਇਸੇ ਸਿਰ ਤੇ ਹੀ ਲੋਕਾਂ ਨੂੰ ਕਹਿੰਦਾ ਸੀ ਵੀ ਦੱਸੋ ਪਾਣੀ ਉੱਤੇ ਰੋਕ ਸਕਦਾ ਹੈ? ਲੋਕ ਕਹਿੰਦੇ ਸੀ ਨਹੀਂ, ਆ ਕਹਿੰਦਾ ਰੋਕਿਆ ਪਿਆ ਜੀ। ਲੋਕ ਉਹਦੀ ਪੂਜਾ ਕਰਦੇ ਹੋਣਗੇ। ਸਤਿਗੁਰੂ ਉਹਦਾ ਹੰਕਾਰ ਮਿਟਾਉਣ ਆਏ ਸਨ, ਸਤਿਗੁਰੂ ਉਹਦਾ ਭਲਾ ਕਰਨ ਆਏ ਸਨ। ਸਤਿਗੁਰੂ ਜੀ ਨੇ ਹੁਣ ਸਮਝ ਲਿਆ ਵੀ ਗੱਲ ਤੇ ਦੀ ਗਲਤੀ ਹੈ। ਹਾਂਜੀ। ਸ਼ੀਤਲ ਜਲ ਨਿਰਮਲ ਤਿਸ ਕਾਲਾ, ਨਿਕਸਤ ਬਹਿਓ ਪ੍ਰਭਾਵ ਉਹ ਵਿਸਾਲਾ। ਸਤਿਗੁਰੂ ਪਿਤਾ ਜੀ ਨੇ ਫਿਰ ਇੱਕ ਹੀ ਕੀਤਾ, ਹੂਤੀ ਲਸ਼ਟਕਾ ਹਾਥ ਮਝਾਰੀ, ਤਿਸ ਗਿਰ ਕੀ ਜਰ ਮੈਂ ਤਬ ਮਾਰੀ। ਜਿਹੜਾ ਸਤਿਗੁਰੂ ਜੀ ਦੇ ਹੱਥ ਵਿੱਚ ਡੰਡਾ ਸੀ ਨਾ, ਆਸਾ ਹੱਥ ਕਿਤਾਬ ਕਸ਼। ਸਤਿਗੁਰੂ ਦੇ ਹੱਥ ਵਿੱਚ ਡਾਂਗ ਹੁੰਦੀ ਸੀ ਹਮੇਸ਼ਾ। ਸਤਿਗੁਰੂ ਜੀ ਨੇ ਉਹ ਡਾਂਗ ਫਿਰ ਜਿਹੜਾ ਪਹਾੜ ਸੀ ਉਹਨੂੰ ਮਾਰੀ ਥੱਲੇ, ਕਿਉਂਕਿ ਸਤਿਗੁਰੂ ਤਾਂ ਥੱਲੇ ਬੈਠੇ ਸੀ। ਤਾਂ ਕੀ ਹੋਇਆ? ਸੀਤਲ ਜਲ ਨਿਰਮਲ ਤਿਸ ਕਾਲਾ, ਨਿਕਸਤ ਬਹਿਓ ਪ੍ਰਵਾਹ ਬਸਾਲਾ। ਉਥੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ, ਔਰ ਪਾਣੀ ਵੀ ਬੜਾ ਵਧੀਆ, ਨਿਰਮਲ ਵੀ ਸੀ ਤੇ ਸ਼ੁੱਧ ਵੀ ਸੀ। ਹਾਂਜੀ। ਵਲੀ ਕੰਧਾਰੀ ਕੋ ਜਲ ਜੇਤੋ, ਗਿਰ ਮੈਂ ਪ੍ਰਵਿਸ਼ ਸ਼ੁਸ਼ਕ ਗਾਤੇ ਤੋ। ਹੁਣ ਉਹਨੂੰ ਕਿਵੇਂ ਪਤਾ ਲੱਗਾ
ਕਿ ਥੱਲੇ ਕੀ ਹੋਇਆ ਹੈ। ਉਹਦਾ ਪਾਣੀ ਉੱਤੇ ਜਿਹੜਾ ਸੀ ਉਹ ਸੁੱਕ ਗਿਆ। ਸੁੱਕਿਆ ਕੀ, ਜਿਹੜਾ ਪਾਣੀ ਉਹਨੇ ਉੱਤੇ ਰੋਕਿਆ ਸੀ ਆਪਣੀ ਤਾਕਤ ਨਾਲ, ਜਦੋਂ ਬਾਬੇ ਨੇ ਥੱਲੇ ਡਾਂਗ ਪਹਾੜ ਵਿੱਚ ਮਾਰੀ ਤਾਂ ਸਾਰਾ ਪਾਣੀ ਉੱਪਰੋਂ ਥੱਲੇ ਆ ਗਿਆ। ਜਦੋਂ ਉਹਦਾ ਪਾਣੀ ਜਿਹੜਾ ਭਰਿਆ ਸੀ, ਰੋਕਿਆ ਸੀ, ਉਹ ਖਾਲੀ ਹੋ ਗਿਆ। ਹਾਂਜੀ, ਪਿਖ ਅਚਰਜ ਕੋ ਠਾਨਿਓ ਧਿਆਨਾ, ਤਪ ਬਲ ਤੇ ਸੁਬ੍ਰਤਾਂਤ ਪਛਾਨਾ। ਹੁਣ ਉਹ ਪਹਿਲਾਂ ਹੈਰਾਨ ਹੋਇਆ ਤੇ ਜਿੰਨੀ ਕੁ ਉਹਦੇ ਕੋਲੇ ਅਜਮਤ ਕਰਾਮਾਤ ਸੀ ਉਹਨੂੰ ਗੱਲ ਸਮਝ ਆ ਗਈ ਵੀ ਇਹ ਪਾਣੀ ਤੇਰਾ ਤੇ ਗਿਆ, ਤੇ ਚਲਾ ਉਸੇ ਕੋਲ ਹੀ ਗਿਆ ਜਿਹਦੇ ਲਈ ਉਹ ਬੰਦਾ ਪਾਣੀ ਮੰਗਣ ਆਇਆ ਕਹਿੰਦਾ ਸੀ ਵੀ ਉਹ ਬੜਾ ਵੱਡਾ ਪੀਰ ਹੈ ਜੀ, ਉਹ ਬੜਾ ਵੱਡਾ ਗੁਰੂ ਹੈ ਜੀ। ਵਲੀ ਕੰਧਾਰੀ ਨੂੰ ਸਮਝ ਆ ਗਈ ਵੀ ਪਾਣੀ ਉਸ ਪੀਰ ਨੇ ਖਿੱਚ ਲਿਆ। ਹਾਂਜੀ, ਤਿਸ ਛਿਨ ਭਾਰੀ ਸਿਲਾ ਬਿਸਾਲਾ, ਅਜਮਤ ਤੇ ਪ੍ਰਹਾਰ ਤਿਸ ਕਾਲਾ। ਫਿਰ ਉਸਨੇ ਆਪਣੀ ਸ਼ਕਤੀ ਨਾਲ ਉੱਤੋਂ ਇੱਕ ਪਹਾੜ ਰੋੜਿਆ। ਹੁਣ ਕਈ ਕਹਿੰਦੇ ਨੇ ਜੀ ਉਹ ਪਹਾੜ ਉੱਤੋਂ ਰੋੜਿਆ ਤੇ ਸਿੱਧਾ ਬਾਬੇ ਤੇ ਕਿਵੇਂ ਆ ਗਿਆ। ਬਾਬੇ ਤੇ ਤਾਂ ਆਇਆ ਵੀ ਉਹਨੇ ਸ਼ਕਤੀ ਨਾਲ ਘੱਲਿਆ ਸੀ। ਜੇ ਉਹਦਾ ਰੋੜਦਾ ਤੇ ਫਿਰ ਪਹਾੜ ਕੀ ਪਤਾ ਕਿੱਧਰ ਨੂੰ ਜਾਂਦਾ। ਜਿੱਧਰ ਜਿੱਧਰ ਪਹਾੜ ਮੁੜੀ ਜਾਂਦੇ ਉਧਰ ਉਧਰ ਪੱਥਰ ਮੁੜੀ ਜਾਂਦਾ। ਨਹੀਂ, ਉਹਨੇ ਆਪਣੀ ਜਿੰਨੀ ਕੁ ਉਹਦੇ ਕੋਲੇ ਭਗਤੀ ਤਾਕਤ ਇਕੱਠੀ ਉਹਨੇ ਕੀਤੀ ਸੀ, ਉਹ ਪੱਥਰ ਉਹਨੇ ਤਾਕਤ ਨਾਲ ਆਪਣੀ ਅਜਮਤ ਨਾਲ ਬਾਬੇ ਨੂੰ ਮਾਰਨ ਵਾਸਤੇ ਘੱਲਿਆ, ਰੋੜਿਆ। ਹਾਂਜੀ, ਚੱਲੀ ਬੇਗ ਤੇ ਤਰ ਕੋ ਤੋਰਤ, ਮਗ ਮਹਿ ਅਪਰ ਸਿਲਨ ਕੋ ਫੋਰਤ। ਉਹ ਪਹਾੜ ਵੱਡਾ ਸੀ, ਭਾਰਾ ਸੀ। ਪਤਾ ਨਹੀਂ ਉਹਨੇ ਰਾਹ ਵਿੱਚ ਕਿੰਨੇ ਕੁ ਪੌਦੇ ਤੋੜ ਦਿੱਤੇ, ਕਿੰਨੀਆਂ ਕੁ ਪਹਾੜ ਦੀਆਂ ਹੋਰ ਸਿਲਾਂ ਤੋੜ ਦਿੱਤੀਆਂ, ਕਿਉਂਕਿ ਉਹਦੀ ਡਾਇਰੈਕਸ਼ਨ, ਉਹਦਾ ਜਿਹੜਾ ਸੀ ਉਹ ਬਿਲਕੁਲ ਸਿੱਧਾ ਆ ਰਿਹਾ ਸੀ ਉੱਤੋਂ, ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸਨ। ਹਾਂਜੀ, ਜਲ ਰੋਕਨ ਕੋ ਆਵਤ ਧਾਈ, ਵਜਰ ਸਮਾਨ ਸੁਨਾਦ ਉਠਾਈ। ਉਹਦੇ ਦੋ ਹੀ ਕੰਮ ਸੀ ਪਹਾੜ ਦੇ, ਪਹਿਲਾ ਪਾਣੀ ਨੂੰ ਰੋਕਣਾ ਤੇ ਜਾਂ ਫਿਰ ਜਿਹੜਾ ਰੋਕ ਰਿਹਾ ਹੈ ਉਹਦੇ ਤੇ ਵਾਰ ਕਰਨਾ। ਹਾਂਜੀ, ਅਜਮਤ ਨਿਜ ਅਜਮਤ ਜੁਤ ਦੇਖੀ, ਜਲੈ ਅਛਾਦਨ ਆਏ ਬਿਸ਼ੇਖੀ। ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਤੱਕ ਲਿਆ ਕਿ ਉਸ ਪੀਰ ਨੇ, ਉਸ ਵਲੀ ਕੰਧਾਰੀ ਨੇ ਇਹ ਪੱਥਰ ਜਿਹੜਾ ਹੈ ਇਹ ਪਾਣੀ ਨੂੰ ਰੋਕਣ ਤੇ ਸਾਨੂੰ ਮਾਰਨ ਵਾਸਤੇ ਘੱਲਿਆ। ਹਾਂਜੀ, ਸ਼੍ਰੀ ਗੁਰ ਨੇ ਤਬ ਹਾਥ ਪਸਾਰਾ, ਤਿਸ ਆਵਤ ਕੇ ਕੀਨ ਅਗਾਰਾ। ਤਦੋਂ ਸਤਿਗੁਰੂ ਜੀ ਨੇ ਫਿਰ ਆਪਣਾ ਹੱਥ ਅੱਗੇ ਕੀਤਾ, ਉਸ ਆਉਂਦੇ ਪੱਥਰ ਨੂੰ, ਪਹਾੜ ਨੂੰ ਰੋਕਿਆ। ਹਾਂਜੀ, ਸਹਿਜ ਸੁਭਾਇਕ ਬੈਠੇ ਰਹੇ, ਸੋ ਰੋਕੀ ਜਲ ਉਪਰ ਅਹੇ। ਇਸ ਤਰ੍ਹਾਂ ਸਤਿਗੁਰੂ ਜੀ ਬੈਠੇ ਰਹੇ, ਉੱਠੇ ਨਹੀਂ, ਹੱਥ ਕੀਤਾ ਤੇ ਉਸ ਪਹਾੜੀ ਨੂੰ ਰੋਕ ਦਿੱਤਾ। ਸੋ ਰੋਕੀ ਜਲ ਉਪਰ ਹੈ, ਉਹਨੂੰ ਰੋਕ ਦਿੱਤਾ। ਉਹ ਪਾਣੀ ਤੋਂ ਉੱਪਰ ਹੀ ਰੋਕ ਗਈ, ਉਹ ਉੱਥੇ ਨਹੀਂ ਪਹੁੰਚੀ ਜਿੱਥੋਂ ਪਾਣੀ ਨਿਕਲਦਾ ਸੀ। ਹਾਂਜੀ, ਮਹਾ ਪ੍ਰਵਾਹ ਨੀਰ ਕੋ ਚਾਲੇ, ਠਹਿਰੀ ਉਪਰ ਸਿਲਾ ਵਿਸ਼ਾਲੇ। ਪਰ ਪਾਣੀ ਉਸੇ ਤਰ੍ਹਾਂ ਨਿਰੰਤਰ ਵਗਦਾ ਰਿਹਾ, ਜਿਹੜਾ ਪਾਣੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਪ੍ਰਗਟ ਕੀਤਾ ਸੀ। ਹਾਂਜੀ, ਰੁਕਿਓ ਨਾ ਨੀਰ ਪੀਰ ਨੈ ਜਾਨੀ, ਨਿਜ ਅਜਮਤ ਪੁਨ ਲਾਏ ਮਹਾਨੀ। ਉਹਨੂੰ ਵਲੀ ਕੰਧਾਰੀ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਪਾਣੀ ਜਿਹੜੀ ਮੈਂ ਸਿਲਾ ਭੇਜੀ ਉਹ ਰੋਕ ਹੀ ਨਹੀਂ ਸਕੀ। ਉਹ ਇਸ ਗੱਲ ਤੋਂ ਬਹੁਤ ਉਹਦਾ ਮਨ ਵਿਚਲਿਤ ਹੋਇਆ, ਬਹੁਤ ਪੀੜਾ ਵਿੱਚ ਭਰਿਆ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਉਹਨੇ ਆਪਣੀ ਸ਼ਕਤੀ ਨਾਲ, ਬਸ ਕਰ ਭਾਈ, ਕੋਈ ਸੇਵਾਦਾਰ ਹੈ ਨਹੀਂ ਅੰਦਰ,
ਇਹ ਵੀ ਜਦੋਂ ਮੈਂ ਕਥਾ ਤੇ ਬਹਿ ਜਾ ਸਭ ਭੱਜ ਜਾਂਦੇ ਲੰਗਰ ਛਕਣ, ਕਹਿੰਦੇ ਚਲੋ ਹੁਣ ਠੀਕ ਹੈ।